ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਇਸ ਵਕਤ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਪ੍ਰੋਗਰਾਮ ਸ਼ਮਾਦਾਨ ਦੇ ਜ਼ਰੀਏ ਲਾਈਵ ਜੁੜੇ ਹੋਏ ਹੋ। J&H ਐਕਸਪ੍ਰੈਸ ਨੂੰ ਓਨਰ ਆਪਰੇਟਰ ਅਤੇ ਡਰਾਈਵਰ ਚਾਹੀਦੇ ਨੇ ਜੀ। ਇਹ ਤੁਹਾਨੂੰ ਸੈਟਲ ਏਰੀਏ ਦੇ ਵਿੱਚ ਲੋਕਲ ਕੰਮ ਦਿੰਦੇ ਨੇ। ਰੋਜ਼ਾਨਾ ਤੁਸੀਂ ਘਰੇ ਜਾ ਸਕਦੇ ਹੋ। ਅੱਛੇ ਬੈਨੀਫਿਟਸ ਨੇ। ਤੁਹਾਡੇ ਸਹੂਲਤ ਦੇ ਲਈ ਪੰਜਾਬੀ ਅਤੇ ਇੰਗਲਿਸ਼ 'ਚ ਡਿਸਪੈਚ ਵੀ ਕਰਦੇ ਨੇ। ਫ਼ੋਨ ਨੰਬਰ ਨੋਟ ਕਰੋ ਜੀ, ਮਨਮੋਹਨ ਸਿੰਘ ਧਾਲੀਵਾਲ ਹੋਰਾਂ ਦਾ 2065500088 'ਤੇ ਕਾਲ ਕਰ ਸਕਦੇ ਹੋ। ਅਤੇ ਵਾਸ਼ਿੰਗਟਨ ਫਰੇਟ ਸਰਵਿਸ ਨੂੰ ਓਨਰ ਆਪਰੇਟਰ ਅਤੇ ਡਰਾਈਵਰ ਚਾਹੀਦੇ ਨੇ। ਇਹ ਵੀ ਤੁਹਾਨੂੰ ਸੈਟਲ ਏਰੀਏ ਦੇ ਵਿੱਚ ਲੋਕਲ ਕੰਮ ਦਿੰਦੇ ਨੇ। ਡੇਲੀ ਹੋਮ ਜਾ ਸਕਦੇ ਹੋ। ਡਿਸਪੈਚ ਪੰਜਾਬੀ ਅਤੇ ਇੰਗਲਿਸ਼ 'ਚ ਹੈ। ਗੁਰਵਿੰਦਰ ਧਾਲੀਵਾਲ ਹੋਰਾਂ ਨਾਲ ਸੰਪਰਕ ਕਰੋ ਜੀ 2063544060 ਜਾਂ ਫਿਰ ਜਗਦੇਵ ਸੰਧੂ ਹੋਰਾਂ ਨਾਲ 2532666924। ਅਤੇ ਹੁਣ ਖਬਰਾਂ ਦਾ ਜਿਹੜਾ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ। ਮੇਰੇ ਨਾਲ ਚੰਡੀਗੜ੍ਹ ਤੋਂ ਹਰਜੀਤ ਮਠਾੜੂ ਜੁੜ ਗਏ ਨੇ। ਹਰਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦਾਨੀਵਾਲ ਸਾਹਿਬ। ਅਸੀਂ ਹਰਜੀਤ ਜੀ, ਮੈਂ ਤੇ ਢਿੱਲੋਂ ਸਾਹਿਬ ਹੁਣੇ ਗੱਲ ਕਰਕੇ ਹਟੇ ਹਾਂ ਵੀ ਕਿਵੇਂ ਕਿਸਾਨੀ ਸੰਘਰਸ਼ ਦੇ ਵਿੱਚ ਕੁਝ ਲੋਕਾਂ ਵੱਲੋਂ ਨਵੇਂ ਕੀਰਤੀਮਾਨ ਵੀ ਸਥਾਪਿਤ ਕੀਤੇ ਜਾਂਦੇ ਨੇ। ਨਵਾਂ ਸਮਾਜ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਹਿੰਦੇ ਚੰਡੀਗੜ੍ਹ ਵੀ ਇੱਕ ਸਮਾਜ ਸੇਵੀ ਅੱਗੇ ਹੈ ਜੀ। ਕੀ ਕਰ ਦਿੱਤਾ ਐਲਾਨ? ਜੀ ਪਰ ਦਾਨੀਵਾਲ ਸਾਹਿਬ ਦੱਸਣਾ ਚਾਹਾਂਗੇ, ਇੱਕ ਆਲਮਜੀਤ ਸਿੰਘ ਜੀ ਮਾਨ ਨੇ ਜਿਹੜੇ ਪਿਛਲੇ 30 ਸਾਲ ਤੋਂ ਸਮਾਜ ਸੇਵਾ ਦੇ ਨਾਲ ਜੁੜੇ ਹੋਏ ਨੇ। ਆਪ ਜੀ ਉਹਨਾਂ ਦੀ ਵੱਖਰੀ ਸੰਸਥਾ ਹੈ ਤੇ ਜਿਵੇਂ ਗਰੀਬ ਕੁੜੀਆਂ ਦੇ ਕੰਮ ਨੂੰ, ਵਿਆਹਾਂ ਨੂੰ ਲੈ ਕੇ ਹੋ ਗਏ, ਹੋਰ ਕਾਫੀ ਤਰ੍ਹਾਂ ਦੇ ਉਹਨਾਂ ਵੱਲੋਂ ਸਮਾਜ ਲਈ ਕੰਮ ਕੀਤੇ ਜਾ ਰਹੇ ਨੇ। ਤੇ ਪਿਛਲੇ ਲੰਬੇ ਸਮੇਂ ਤੋਂ ਜਦੋਂ ਦਾ ਕਿਸਾਨੀ ਸੰਘਰਸ਼ ਚੱਲਦਾ ਪਿਆ, ਉਹਨਾਂ ਨੇ ਕਿਸਾਨਾਂ ਵਾਸਤੇ ਵੀ ਜਿਵੇਂ ਕਰੋਨਾ ਦੀ ਮਹਾਮਾਰੀ ਨੂੰ ਦੇਖਦੇ ਉਹਨਾਂ ਵੱਲੋਂ ਸੈਨੀਟਾਈਜ਼ਰ ਤੱਕ, ਮਾਸਕ ਹੋ ਗਏ, ਜਾਂ ਉੱਥੇ ਜਿੰਨੇ ਵੀ ਆਪਣੇ ਬਜ਼ੁਰਗ ਬੈਠੇ ਨੇ ਧਰਨੇ ਦੇ ਉੱਤੇ, ਉਹਨਾਂ ਵਾਸਤੇ ਮਤਲਬ ਕਾਫੀ ਵੱਡੇ ਪੱਧਰ ਤੇ ਮਤਲਬ ਜਿੰਨਾ ਵੀ ਕਰੋਨਾ ਤੋਂ ਬਚਾਓ ਮੁਹਿੰਮ ਵਾਸਤੇ ਮਾਸਕ ਹੋ ਗਏ, ਸੈਨੀਟਾਈਜ਼ਰ, ਉਹ ਵੀ ਦਿੱਤੇ ਗਏ ਆ। ਪਰ ਅੱਜ ਉਹਨਾਂ ਵੱਲੋਂ ਇੱਕ ਵੱਡਾ ਐਲਾਨ, ਜਿਹੜਾ ਚੰਡੀਗੜ੍ਹ ਵਿੱਚ ਇੱਕ ਕਾਨਫਰੰਸ ਰੱਖੀ ਗਈ ਸੀ, ਉਹਨਾਂ ਵੱਲੋਂ ਵੱਡਾ ਐਲਾਨ ਕੀਤਾ ਗਿਆ ਵੀ 25 ਦਸੰਬਰ ਨੂੰ ਕ੍ਰਿਸਮਸ ਵਾਲਾ ਦਿਨ ਹੈ ਤੇ ਉਹਨਾਂ ਦਾ ਉਸ ਦਿਨ ਜਨਮ ਦਿਨ ਵੀ ਹੁੰਦਾ ਹੈ। ਤੇ ਉਹ ਆਏ ਸਾਲ ਵੈਸੇ ਹਰੇਕ ਜਨਮ ਦਿਨ ਤੇ ਕੁਝ ਵੱਖਰਾ ਆਪਣਾ ਨਵਾਂ ਕਰਦੇ ਨੇ ਪੰਜਾਬ ਵਾਸਤੇ, ਆਪਣੇ ਸਮਾਜ ਵਾਸਤੇ, ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਕਿਸਾਨ ਜਥੇਬੰਦੀਆਂ ਵਾਸਤੇ ਇੱਕ ਚੰਡੀਗੜ੍ਹ ਦੇ ਵਿੱਚ ਜਿਵੇਂ ਕਿਸਾਨ ਭਵਨ ਹੈ, ਉਦਾਂ ਦਾ ਹੀ ਇੱਕ ਕਿਸਾਨ ਭਵਨ ਨਵਾਂ ਉਹਨਾਂ ਵੱਲੋਂ ਬਣਾਇਆ ਜਾਏਗਾ ਜੀ। ਪਰ ਉਹਨਾਂ ਨਾਲ ਗੱਲਬਾਤ ਕੀਤੀ ਗਈ ਸੀ ਕਿਉਂਕਿ ਆਪਣੇ ਇੱਥੇ ਜਥੇਬੰਦੀਆਂ ਨੇ ਜਿਹੜੀਆਂ ਪੰਜਾਬ ਦੀਆਂ, ਤੁਸੀਂ ਵੀ ਦਾਨੀਵਾਲ ਸਾਹਿਬ ਕਵਰ ਕੀਤਾ ਹੈ, ਤੁਹਾਨੂੰ ਪਤਾ ਹਰੇਕ ਜਥੇਬੰਦੀ ਦੀ ਵੱਖਰੀ ਵਿਚਾਰਧਾਰਾ ਹੈ। ਜਦੋਂ ਕੋਈ ਸਰਕਾਰ ਆ ਜਾਂਦੀ ਹੈ ਉਹਦੇ ਵੱਲ ਹੋ ਜਾਂਦੇ ਨੇ, ਚਾਹੇ ਕਾਂਗਰਸ ਹੋਵੇ, ਭਾਵੇਂ ਭਾਜਪਾ ਹੋਵੇ, ਭਾਵੇਂ ਅਕਾਲੀ ਦਲ ਹੋਵੇ ਜੀ। ਤੇ ਪਰ ਉਹਨਾਂ ਦਾ ਕਹਿਣਾ ਸੀਗਾ ਵੀ ਅਸੀਂ ਮਤਲਬ ਘੱਟੋ ਘੱਟ ਵੀ 2 ਕਿੱਲਿਆਂ ਦੇ ਵਿੱਚ ਇਹ ਆਪਣਾ ਪ੍ਰੋਜੈਕਟ ਬਣਾਵਾਂਗੇ, ਜਿੱਥੇ ਇੱਕ ਵੱਡਾ ਕਾਨਫਰੰਸ ਨੂੰ 30 ਤੋਂ 40 ਕਮਰੇ ਹੋਣਗੇ, ਵੀ ਕੋਈ ਵੀ ਆਪਣਾ ਮਤਲਬ ਉੱਥੇ ਕਿਸਾਨ ਭਰਾ ਆ ਕੇ ਰਹਿ ਸਕਦਾ ਹੈ, ਜਾਂ ਉਦਾਂ ਵੀ ਕਿਸੇ ਨੂੰ ਕੋਈ ਬਾਹਰੋਂ ਅੰਦਰ ਆਉਂਦਾ ਤੇ ਉੱਥੇ ਕਮਰਾ ਲੈ ਕੇ ਫ੍ਰੀ ਦੇ ਵਿੱਚ ਰਹਿ ਸਕਦਾ ਜੀ। ਜੀ ਜੀ। ਕਿੰਨੀ ਕੁ ਕਾਸਟ ਦੀ ਗੱਲ ਕੀਤੀ ਉਹਨਾਂ ਨੇ ਜੀ? ਕਿੰਨੇ ਕਮਰੇ ਤੇ ਜਿਵੇਂ ਤੁਸੀਂ ਦੇਖਿਆ ਕਿ ਕਾਨਫਰੰਸ ਹਾਲ 20 ਕਮਰੇ, ਇਹ ਕਦੋਂ ਤੱਕ ਕੰਪਲੀਟ ਕਰ ਦੇਣਗੇ? ਉਹ ਕਹਿ ਰਹੇ ਵੀ ਅਸੀਂ ਆ 25 ਤਰੀਕ ਨੂੰ ਕਹਿੰਦੇ ਅਸੀਂ ਦੁਬਾਰਾ ਕਾਨਫਰੰਸ ਕਰਕੇ ਵੀ ਮੈਂ ਮਤਲਬ ਉਹਨਾਂ ਦੀ ਇੱਥੇ ਚੰਡੀਗੜ੍ਹ ਦੇ ਨਾਲ ਕੁਝ ਏਰੀਆ ਦੇ ਵਿੱਚ ਜ਼ਮੀਨ ਪੈਂਦੀ ਹੈ 8-10 ਕਿੱਲੇ, ਉਹਨਾਂ ਨੇ 2 ਕਿੱਲਿਆਂ ਦਾ ਐਲਾਨ ਕੀਤਾ ਜੀ। ਵੀ 2 ਕਿੱਲਿਆਂ ਦੇ ਵਿੱਚ ਮਤਲਬ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਊਗਾ। ਤੇ ਕਿਸਾਨ ਜਥੇਬੰਦੀਆਂ ਦੀ ਉਹਨਾਂ ਦੀ ਹੁਣ ਥੋੜੇ ਦਿਨਾਂ ਦੇ ਵਿੱਚ ਕਿਉਂਕਿ ਅੱਜ ਉਹਨਾਂ ਨੇ ਦਿੱਲੀ ਜਾਣਾ ਸੀਗਾ, ਕਹਿੰਦੇ ਵੀ ਮੈਂ ਵੱਧ ਤੋਂ ਵੱਧ ਕਿਸਾਨ ਜਥੇਬੰਦੀਆਂ ਦੀ ਸਲਾਹ ਲਊਂਗਾ ਵੀ ਇਹਦੇ ਵਿੱਚ ਕੋਈ ਮੈਂ ਪੋਲੀਟੀਕਲ ਬੰਦਾ ਕਹਿੰਦੇ ਮੈਂ ਸ਼ੁਰੂ ਤੋਂ ਨਾਲ ਨਹੀਂ ਜੋੜਦਾ ਹੈਗਾ। ਤੇ ਸਿਰਫ ਇੱਕ ਵਾਰੀ ਜਿਨ੍ਹਾਂ ਨੇ ਵਰਤਣੀ ਹੈ ਉਹ ਚੀਜ਼, ਜਿਵੇਂ ਕਿਸਾਨਾਂ ਨੇ ਵਰਤਣੀ ਹੈ, ਕਿਸਾਨ ਜਥੇਬੰਦੀਆਂ ਵਾਸਤੇ ਕਰਿਆ ਜਾਣਾ। ਕਹਿੰਦੇ ਕਿਉਂਕਿ ਮੈਂ ਪਿਛਲੇ ਹੁਣ ਜਦੋਂ ਤੋਂ ਕਿਸਾਨ ਜਥੇਬੰਦੀਆਂ ਚੰਡੀਗੜ੍ਹ ਦੇ ਵਿੱਚ ਕਾਨਫਰੰਸ ਕਰ ਰਹੀ ਸੀ ਕਿਸਾਨ ਭਵਨ ਦੇ ਵਿੱਚ, ਤੇ ਕਾਫੀ ਗੱਲਾਂ ਦੀ ਉੱਥੇ ਰਿਕੁਆਇਰਮੈਂਟ ਫੀਲ ਹੁੰਦੀ ਸੀਗੀ ਵੀ ਜਾਂ ਬਿਲਡਿੰਗ ਪੁਰਾਣੀ ਹੈ ਜਾਂ ਉੱਥੇ ਹਰੇਕ ਚੀਜ਼ ਦੀ ਰਿਕੁਆਇਰਮੈਂਟ ਜਿਹੜੀ ਮਹਿਸੂਸ ਹੋ ਰਹੀ ਸੀ ਉਹਨਾਂ ਨੂੰ। ਕਹਿੰਦੇ ਮੈਂ ਫਿਰ ਵੀ ਇੱਕ ਵਾਰੀ ਕਿਸਾਨ ਜਥੇਬੰਦੀਆਂ ਨੂੰ ਹੁਣ ਦਿੱਲੀ ਜਾ ਕੇ ਮਿਲੂੰਗਾ ਵੀ ਤੁਹਾਨੂੰ ਇੱਥੇ ਹੋਰ ਵੀ ਕਿਸੇ ਚੀਜ਼ ਦੀ ਲੋੜ ਹੈ ਤੇ ਮੈਂ ਹਰੇਕ ਤਰ੍ਹਾਂ ਦੀ ਸਮੱਗਰੀ ਉਹਨਾਂ ਤੱਕ ਪਹੁੰਚਾਊਂਗਾ। ਤੇ ਪਰ ਜਿਹੜੀ ਇਹ ਉਹਨਾਂ ਨੇ ਅੱਜ ਵੱਡਾ ਐਲਾਨ ਕੀਤਾ ਹੈ ਵੀ ਅਸੀਂ ਜਿਹੜੇ ਮਕਾਨ ਬਣਾਉਣੇ ਆ, ਉਹਨਾਂ ਨੇ ਕਿਹਾ ਜਿਵੇਂ 31 ਜਥੇਬੰਦੀਆਂ ਨੇ, ਕਹਿੰਦੇ ਪਰ ਮੈਂ 50 ਕਮਰੇ ਆ ਜਿਹੜੇ ਅਟੈਚ ਲੈਟਰਿੰਗ ਬਾਥਰੂਮ ਤੇ ਵਧੀਆ, ਕਹਿੰਦੇ ਜਿਵੇਂ 5 ਸਟਾਰ ਹੋਟਲ ਹੁੰਦਾ ਉਹਦੇ ਵਾਂਗੂ ਮਤਲਬ ਇਹ ਕਮਰੇ ਮੈਂ ਆਪਣੇ ਵੱਲੋਂ ਬਣਾ ਕੇ ਦੇਵਾਂਗਾ ਜੀ ਜੀ। ਤੇ ਹੋਰ ਅੱਜ ਪਤਾ ਚੱਲਿਆ ਬੀਜੇਪੀ ਦਫ਼ਤਰ ਮੂਹਰੇ ਅੱਜ ਫੇਰ ਪ੍ਰਦਰਸ਼ਨ ਹੋਇਆ ਜੀ। ਕਿਹੜੇ ਕਿੱਥੇ ਜੀ ਦਾਨੀਵਾਲ ਸਾਹਿਬ? ਜਿਵੇਂ ਆ ਹੁਣ ਸਮਝ ਲਓ ਵੀ ਸਿਆਸਤ ਵਾਲੇ ਜਿੰਨੇ ਵੀ ਹੈਗੇ ਆਪਣੇ ਪੰਜਾਬੀ ਲੀਡਰ, ਇਹ ਸਾਰੇ ਹੁਣ ਮਤਲਬ ਕਿਸਾਨਾਂ ਨੂੰ ਮੋਹਰੀ ਬਣਾ ਕੇ ਰੋਟੀਆਂ ਸੇਕਣ ਤੇ ਹੀ ਲੱਗੇ ਹੋਏ ਆ ਜੀ। ਅੱਜ ਹੁਣ ਕੁਝ ਕੁ ਪੰਜਾਬ ਦੇ ਵਿਧਾਇਕ ਸੀਗੇ ਨਾਲ ਉਹਨਾਂ ਦੇ, ਸੋ ਉਹਨਾਂ ਨੇ ਮਤਲਬ ਚੰਡੀਗੜ੍ਹ ਭਾਜਪਾ ਦੇ ਦਫ਼ਤਰ ਵੱਲ ਕੂਚ ਕੀਤਾ ਜੀ।
ਤੇ ਉੱਥੇ ਭਾਜਪਾ ਦੇ ਦਫ਼ਤਰ ਬਾਹਰ ਕਿਸਾਨਾਂ ਨੂੰ ਮਤਲਬ ਕਿਸਾਨਾਂ ਦੀ ਮੂਵਮੈਂਟ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਵੀ ਭਾਜਪਾ ਨੇ ਪੰਜਾਬ ਦੇ ਕਿਸਾਨਾਂ ਨਾਲ ਬਹੁਤ ਮਾੜਾ ਕੀਤਾ ਹੈ ਜੀ। ਭਾਵੇਂ ਅੰਦਰ ਖਾਤੇ ਤਾਂ ਇਹਨਾਂ ਨੇ ਵੀ ਕੀਤਾ ਹੀ ਹੈ ਜੀ, ਕਲੀਅਰ ਹੀ ਆ ਤਾਂ ਸਰਕਾਰਾਂ ਨੇ। ਤੇ ਪਰ ਉਹਨਾਂ ਨੇ ਜਾ ਕੇ ਉੱਥੇ ਧਰਨਾ ਲਗਾਇਆ ਸੀਗਾ, ਕਾਫੀ ਪ੍ਰੋਟੈਸਟ ਵਗੈਰਾ ਕੀਤਾ, ਪਰ ਚੰਡੀਗੜ੍ਹ ਪੁਲਿਸ ਵੱਲੋਂ ਉਹਨਾਂ ਨੂੰ ਚੱਕ ਲਿਆ ਗਿਆ ਤੇ ਕੁਝ ਹੀ ਸਮੇਂ ਬਾਅਦ ਛੱਡ ਦਿੱਤਾ ਗਿਆ ਸੀਗਾ। ਜੀ ਜੀ ਜੀ। ਤੇ ਮੌਸਮ ਵਗੈਰਾ ਕਿਸ ਤਰ੍ਹਾਂ ਜੀ? ਮੌਸਮ ਦਾਨੇਵਾਲੇ ਸਾਹਿਬ ਜਿਵੇਂ ਕੱਲ ਦਾ ਦੇਖੀਏ ਤਾਂ ਬੀਤੀ ਕੱਲ ਦਾ ਜਿਹੜਾ ਮੌਸਮ ਸੀਗਾ ਉਹ ਸ਼ਾਮ ਨੂੰ ਮਤਲਬ ਬਾਰਿਸ਼ ਪੈਣ ਦੀ ਸੰਭਾਵਨਾ ਤਾਂ ਪੂਰੀ ਬਣੀ ਹੋਈ ਸੀਗੀ, ਪਰ ਅੱਜ ਤੱਕ ਦੀ ਲਗਾਈਏ ਕੱਲ ਨੂੰ ਆਉਣ ਵਾਲੇ ਅੱਜ ਤੱਕ ਦਾ ਤਾਂ ਮੌਸਮ ਠੀਕ ਹੈ, ਠੰਡੀ ਮਤਲਬ ਠੰਡ ਪੂਰੀ ਪੈ ਰਹੀ ਹੈ, ਕਿਉਂਕਿ ਸਵੇਰੇ ਸ਼ਾਮ ਨੂੰ ਹਲਕੀ ਹਲਕੀ ਧੁੰਦ ਪੈ ਜਾਂਦੀ ਹੈ ਚੰਡੀਗੜ੍ਹ ਦੇ ਏਰੀਆ ਦੇ ਵਿੱਚ। ਚੰਡੀਗੜ੍ਹ, ਮੋਹਾਲੀ, ਪੰਚਕੂਲਾ, ਟਰਾਈ ਸਿਟੀ ਜਿੰਨਾ ਏਰੀਆ ਪੈਂਦਾ ਜੀ। ਉਸ ਤੋਂ ਬਾਅਦ ਥੋੜਾ ਅੱਗੇ ਟੱਪਦੇ ਆ ਤੇ ਧੁੰਦ ਥੋੜੀ ਵੱਧ ਜਾਂਦੀ ਹੈ, ਕਿਉਂਕਿ ਉੱਪਰ ਹਿਮਾਚਲ ਸ਼ੁਰੂ ਹੋ ਜਾਂਦਾ ਹੈ ਜੀ। ਤੇ ਇੱਥੇ ਜਿਹੜੀ ਮੀਂਹ ਦੀ ਸੰਭਾਵਨਾ ਹੈ ਇਹ ਇੱਕ ਦਿਨ ਬਾਅਦ ਦੱਸੀ ਜਾ ਰਹੀ ਹੈ ਵੀ ਇੱਕ ਦਿਨ ਬਾਅਦ ਚੰਡੀਗੜ੍ਹ ਦੇ ਵਿੱਚ, ਮੋਹਾਲੀ ਦੇ ਵਿੱਚ ਮੀਂਹ ਪੈ ਸਕਦਾ ਜੀ। ਜੀ ਧੰਨਵਾਦ ਜੀ ਤੁਹਾਡਾ, ਮਿਹਰਬਾਨੀ, ਸ਼ੁਕਰੀਆ। ਤੇ ਆਪਾਂ ਹੁਣ ਚੱਲਦੇ ਹਾਂ ਜੀ ਕਪੂਰਥਲਾ, ਤੇ ਕਪੂਰਥਲੇ ਤੋਂ ਮੇਰੇ ਨਾਲ ਚਰਨਜੀਤ ਜੀ ਜੁੜ ਗਏ ਨੇ। ਚਰਨਜੀਤ ਢਿੱਲੋਂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਚਰਨਜੀਤ ਜੀ, ਦੁਆਬੇ ਦੇ ਵਿੱਚੋਂ ਕੀ ਸਥਿਤੀ ਹੈ ਜੀ? ਕਿਸਾਨ ਕਿੰਨੇ ਕਾ ਜਾ ਰਹੇ ਨੇ ਸੰਘਰਸ਼ ਦੇ ਜੰਗੇ ਮੈਦਾਨ ਦੇ ਵਿੱਚ? ਕਿਸਾਨ ਜਿਹੜੇ ਪਹਿਲੀ ਗੱਲ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਦੁਆਬੇ ਦੇ ਮੈਂ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਦੁਆਬੇ ਦੇ ਵਿੱਚ ਪਹਿਲਾਂ ਜਿਹੜੇ ਕਿਸਾਨ ਸੀਗੇ ਉਹ ਇੱਕ ਹਿਸਾਬ ਦੇ ਸੁੱਤੇ ਪਏ ਸੀਗੇ, ਪਰ ਤਕਰੀਬਨ 10 ਦਿਨ ਤੋਂ ਜਾਂ 1 ਵੀਕ ਤੋਂ ਕਿਸਾਨ ਜਿਹੜੇ ਉਹ ਦਿੱਲੀ ਨੂੰ ਚਾਲੇ ਪਾ ਦਿੱਤੇ ਆ। ਕਿਸਾਨਾਂ ਦੇ ਵਿੱਚ ਜਿਹੜਾ ਰੋਸ ਆ, ਲੋਕਾਂ ਨੇ ਇੱਥੋਂ ਤੱਕ ਕਹਿਤਾ ਕਿ ਮਰੀਆਂ ਜ਼ਮੀਰਾਂ ਵਾਲੇ ਜਿਹੜੇ ਆ ਉਹ ਘਰਾਂ ਦੇ ਵਿੱਚ ਬੈਠੇ ਆ, ਉਹ ਦੁਆਬੇ ਵਾਲੇ ਆ। ਹੁਣ ਜਦੋਂ ਤਾਨੇ ਮਿਲਣੇ ਸ਼ੁਰੂ ਹੋਏ, ਉਧਰੋਂ NRIਆਂ ਨੇ ਫੋਨ ਕੀਤਾ ਕਿ ਤੁਸੀਂ ਜਾਓ। NRIਆਂ ਨੇ ਇੱਥੋਂ ਤੱਕ ਕਹਿਤਾ ਕਿ ਜਿੰਨੇ ਨੇ ਜਾਣਾ ਤੁਸੀਂ ਟਰੈਕਟਰ ਦੇ ਵਿੱਚ ਤੇਲ ਵੀ ਅਸੀਂ ਪਾਵਾਂਗੇ, ਤੇ ਸਾਨੂੰ ਸਾਰਾ ਮਤਲਬ ਰਿਕਾਰਡ ਭੇਜ ਦਿਓ, ਤੁਸੀਂ ਉੱਥੇ ਜਾਓ, ਸਪੋਰਟ ਕਰੋ। ਦੁਆਬੇ ਵਾਲੇ ਮਤਲਬ ਬਹੁਤ ਘੱਟ ਜਿਹੜਾ ਪਹਿਲਾਂ ਉਤਸ਼ਾਹ ਸੀਗਾ, ਧਰਨਿਆਂ ਦੇ ਵਿੱਚ ਜਾਂਦੇ ਸੀਗੇ, ਪਰ ਜਿਹੜੇ ਜਿੱਦਾਂ ਮਾਲਵੇ ਦੇ ਵਿੱਚ ਲਹਿਰ ਚੱਲ ਰਹੀ ਸੀ ਜਾਂ ਮਾਝੇ ਦੇ ਵਿੱਚ ਲਹਿਰ ਚੱਲ ਰਹੀ ਸੀ, ਉਹ ਬਿਲਕੁਲ ਦੁਆਬੇ ਦੇ ਵਿੱਚ ਨਹੀਂ ਚੱਲ ਰਹੀ ਸੀ। ਹੁਣ 1 ਵੀਕ ਤੋਂ ਤਕਰੀਬਨ ਇੱਕ ਪਿੰਡ ਦੇ ਵਿੱਚੋਂ ਜਾਣੇ ਸ਼ੁਰੂ ਹੋ ਗਏ, ਜਿੱਦਾਂ ਵੀ ਕੋਈ ਟਰਾਲੀਆਂ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ, ਕਿਸੇ ਨੇ ਗੱਡੀਆਂ, ਕਿਸੇ ਨੇ ਦੂਜੀਆਂ ਵੱਡੇ ਟੈਂਪੂ ਟਰੈਵਲ ਕਰ ਲਈਆਂ ਵਾ। ਜਿੱਦਾਂ ਵੀ ਹੋ ਸਕਿਆ ਸਾਰੇ ਜਣੇ 5-5 7-7 ਦਿਨ ਇਹ ਜਾਣਾ ਸ਼ੁਰੂ ਕਰਤਾ। ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਸੁਲਤਾਨਪੁਰ ਇਹ ਜੀ। ਕਿਵੇਂ ਤੁਹਾਡੇ ਦੁਆਬੇ ਵਾਲਿਆਂ ਕੋਲ ਤਾਂ ਟਰਾਲੀਆਂ ਬੜੀਆਂ ਵਧੀਆ ਹੁੰਦੀਆਂ ਜੀ, ਵੱਡੀਆਂ ਵੱਡੀਆਂ। ਬਿਲਕੁਲ ਜੀ, ਬਿਲਕੁਲ 32-32 ਫੁੱਟ ਦੀਆਂ ਜਿਹੜੀਆਂ ਟਰਾਲੀਆਂ ਵਾ ਉਹ ਇਸ ਟਾਈਮ ਜਾ ਰਹੀਆਂ ਵਾ, ਔਰ ਡਬਲ ਟਰਾਲੀਆਂ ਮਗਰ ਪਾ ਚੁੱਕੇ ਆ। ਔਰ ਬਿਲਕੁਲ ਅਸੀਂ ਹੁਣ ਕੱਲ ਗਏ ਸੀਗੇ, ਉੱਥੋਂ ਹੋ ਕੇ ਆਏ ਆ, ਕੱਲ ਹੀ ਵਾਪਸ ਆਏ ਆ। ਅਸੀਂ ਜਾ ਕੇ ਦੇਖ ਕੇ ਆਏ ਉੱਥੋਂ ਦੇ ਹਾਲਾਤ ਕੀ ਆ, ਕਿੱਦਾਂ ਲੋਕ ਰਹਿ ਰਹੇ ਆ। ਜਦੋਂ ਅਸੀਂ ਪਹੁੰਚੇ ਆ ਉੱਥੇ, ਪਹਿਲੀ ਗੱਲ ਤਾਂ ਟੋਲ ਪਲਾਜ਼ੇ ਜਿਹੜੇ ਹਰਿਆਣੇ ਦੇ ਵਿੱਚ ਚਾਲੂ ਆ, ਪਰ ਜਿਨ੍ਹਾਂ ਦੇ ਕਿਸਾਨਾਂ ਦੀਆਂ ਝੰਡੀਆਂ ਉਹਨਾਂ ਦੇ ਕੋਲੋਂ ਟੋਲ ਪਲਾਜ਼ਾ ਬਿਲਕੁਲ ਨਹੀਂ ਲੈ ਰਹੇ, ਜਿਹੜੇ ਗੱਡੀਆਂ ਦੇ ਵਿੱਚ ਜਾ ਰਹੇ। ਹਾਂ, ਇਹ ਤਾਂ ਹੈ ਜੀ, ਕਹਿੰਦੇ ਗੱਡੀਆਂ ਦੇ। ਹਾਂ ਜੀ। ਉਸ ਤੋਂ ਬਾਅਦ ਅਸੀਂ ਜਦੋਂ ਉੱਥੇ ਪਹੁੰਚੇ, ਉੱਥੇ ਇਸ ਤਰ੍ਹਾਂ ਦਾ ਪ੍ਰੋਗਰਾਮ ਕਿ ਜਿਹੜੇ ਬੰਦੇ ਜਿਹੜੇ ਜਿਸ ਤਰ੍ਹਾਂ ਖਾਲਸਾ ਐਡ ਵਾਲੇ ਹੋ ਗਏ ਜਾਂ ਹੋਰ ਹੋ ਗਏ, ਖਿਡਾਰੀ ਹੋ ਗਏ, ਉਹਨਾਂ ਨੇ ਅਰੇਂਜਮੈਂਟ ਏਦਾਂ ਦਾ ਕੀਤਾ ਹੋਇਆ ਕਿ ਉੱਥੇ ਆਪਾਂ ਸਿਰਫ ਆਪਣੇ ਕੱਪੜੇ ਪਾ ਕੇ ਗਏ ਆ, ਤੌਲੀਆ ਉੱਥੋਂ ਮਿਲਣਾ, ਕਸ਼ਹਿਰਾ ਉੱਥੋਂ ਮਿਲਣਾ, ਆਪਾਂ ਨੂੰ ਬਨੈਣ, ਬੁਰਸ਼, ਤੇਲ, ਕੋਲਗੇਟ, ਪਿੰਨੀਆਂ, ਜਿਹੜੀ ਚੀਜ਼ ਇਸ ਤਰ੍ਹਾਂ ਦਾ ਕਦੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਅੱਜ ਤੱਕ ਉਤਸ਼ਾਹ ਨਹੀਂ ਸੀ ਦੇਖਿਆ। ਨਿੱਕੇ ਬੱਚੇ ਜਿਹੜੇ ਆ ਦੁਆਬੇ ਦੇ ਵਿੱਚ ਇਸ ਟਾਈਮ ਉਹ ਵੀ ਕਹਿ ਰਹੇ ਕਿ ਅਸੀਂ ਦਿੱਲੀ ਜਾਣਾ ਜੀ। ਜੀ ਮਿਹਰਬਾਨੀ, ਸ਼ੁਕਰੀਆ। ਤੇ ਪ੍ਰੈਸ ਕਾਨਫਰੰਸ ਚੱਲ ਰਹੀ ਹੈ ਜੀ, ਕਿਸਾਨ ਨੇਤਾਵਾਂ ਦੀ। ਬੂਟਾ ਸਿੰਘ ਬੁਰਜਗਿੱਲ ਸੰਬੋਧਨ ਕਰ ਰਹੇ। ਥੋੜਾ ਸਪਲਾਈ ਲਾਈਨ ਵੀ ਜਾਰੀ ਹੈ ਤੇ ਬਿਲਕੁਲ ਧਰਨੇ ਵੀ ਜਾਰੀ ਹੈ। ਜਿਹੜੀ ਬਾਤ ਤੋਮਰ ਜੀ ਨੇ ਅੱਜ ਪ੍ਰੈਸ ਕਾਨਫਰੰਸ ਕੀ ਹੈ ਉਹ ਰਾਜੇਵਾਲ जी बोलेंगे। जे वो आ फैसलों के नाल किसी का सवाल आया उसका जवाब मैं दूंगा। एक बात कहनी चाहूँगा, प्रधानमंत्री जी कह रहे हैं कि गलबात जारी रहनी चाहिए, हम भी कहते हैं गलबात जारी रहनी चाहिए। और खेती मंत्री के साथ 6 मीटिंग हो चुकी हैं, वो कह रहा है जे किसान जथेबंदियों अमेंडमेंटा को बननगे तो बातचीत होगी, नहीं होगी। मोड़वी शर्त साढ़े पर एक फिर ला दी जाती है, इसको असी निंदा करते हैं। तो बीजेपी के जोड़े लीडर हैं, साढ़े मंत्री जी हैं, उन्होंने कहिए कि जैसा अंदोलन है एकजुट होइए,
ਜੀ ਸੋ ਤੁਹਾਨੂੰ ਇਸ ਦੇ ਅੰਸ਼ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਦੇ ਮਿਲਣਗੇ ਤੇ ਫਿਲਹਾਲ ਖਬਰਾਂ ਨੂੰ ਅੱਗੇ ਲੈ ਕੇ ਚੱਲਦੇ ਹਾਂ। ਫਿਰੋਜ਼ਪੁਰ ਤੋਂ ਗੁਰਦਰਸ਼ਨ ਸੰਧੂ ਜੀ ਮੇਰੇ ਨਾਲ ਨੇ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ ਮੈਨੂੰ ਦਿਓ ਜੀ ਥੋੜੇ, ਤੁਸੀਂ ਪਹਿਲਾਂ ਢਿੱਲੇ 2-3 ਦਿਨਾਂ ਤੋਂ ਨਹੀਂ ਗੱਲ ਹੋ ਸਕੀ। ਫਿਰੋਜ਼ਪੁਰੀਏ ਕੀ ਕਹਿੰਦੇ ਆ ਜੀ ਕਿਸਾਨ? ਬਿਲਕੁਲ ਜੀ, ਫਿਰੋਜ਼ਪੁਰ ਵਾਲੇ ਵੀ ਬਿਲਕੁਲ ਤਿਆਰ ਨੇ, ਪਹੁੰਚ ਰਹੇ ਨੇ ਆਪੋ ਆਪਣੇ ਵਹੀਕਲਾਂ ਤੇ ਰਾਸ਼ਨ ਲੱਦ ਕੇ, ਕੁਝ ਤਾਂ ਆਪਣੇ ਵਾਸਤੇ, ਕੁਝ ਉੱਥੇ ਜਿਹੜੀ ਸੰਗਤ ਬੈਠੀ ਆ ਉਹਦੇ ਵਾਸਤੇ ਆਪੋ ਆਪਣੇ ਵਹੀਕਲਾਂ ਤੇ ਵੀ ਜਾ ਰਹੇ ਆ। ਟਰੈਕਟਰ ਟਰਾਲੀਆਂ ਵੀ ਜਾ ਰਹੀਆਂ ਲਗਾਤਾਰ। ਤਾਂ ਹੁਣ ਜਿਹੜਾ ਇੱਕ ਜੱਥਾ ਹੈਗਾ, ਮੈਂ ਹੋਰ ਦੱਸ ਦਿਆਂ ਕਿ ਮੋਟਰਸਾਈਕਲਾਂ ਤੇ ਇੱਕ ਟੂਰ ਗਿਆ ਸੀਗਾ ਜ਼ਿਲ੍ਹਾ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਜਿਹੜੇ ਫਿਰੋਜ਼ਪੁਰ ਹੈਗੇ ਪੰਜਾਬ ਦੇ ਜੀ, ਉਹਨਾਂ ਦਾ ਇੱਕ ਟੂਰ ਇੱਥੋਂ ਜਿਹੜਾ ਮੋਟਰਸਾਈਕਲਾਂ ਤੇ ਸਿੰਗਾਪੁਰ ਗਿਆ ਸੀ, ਤੁਹਾਨੂੰ ਯਾਦ ਹੋਣਾ। ਹਾਂ ਗਿਆ ਸੀ ਉਹ ਜਿਹੜਾ ਹਾਂਜੀ ਉਹ ਜਿਹੜਾ ਜੱਥਾ ਹੈ ਉਹ ਵੀ ਫਿਰੋਜ਼ਪੁਰ ਤੋਂ ਤੇ ਬਠਿੰਡੇ ਤੋਂ ਉਦੋਂ ਵੀ ਰਵਾਨਾ ਹੋਇਆ ਸੀ। ਹੁਣ ਵੀ ਇਹਨਾਂ ਦੋ ਜਗ੍ਹਾ ਤੋਂ ਜਿਹੜਾ ਹੈਗਾ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਜਿਹੜੀ ਰਿਟਾਇਰ ਅਫਸਰ ਲਾਬੀ ਹੈ, ਇਹ ਕਿਸਾਨਾਂ ਦੇ ਹੱਕ ਤੇ ਸੁਬਾਹ ਜਿਹੜੀ ਹੈਗੀ ਆ ਉਹ ਫਿਰੋਜ਼ਪੁਰ ਤੇ ਬਠਿੰਡੇ ਤੋਂ ਚੱਲਣਗੇ। ਉਹਨਾਂ ਦੇ ਨਾਲ ਹੋਰ ਵੀ ਬਹੁਤ ਲੋਕ ਜਿਨ੍ਹਾਂ ਨੂੰ ਉਹਨਾਂ ਨੇ ਨਾਮਜ਼ਦ ਕੀਤਾ ਉਹ ਕਿਸਾਨਾਂ ਦੇ ਹੱਕ ਵਿੱਚ ਜਾ ਰਹੇ। ਉਹਨਾਂ ਦੇ ਕਹਿਣਾ ਹੈ ਕਿ ਕਿਸਾਨ ਬਿਲਕੁਲ ਸਹੀ ਮੁੱਦੇ ਨੂੰ ਲੈ ਕੇ ਬੈਠੇ ਨੇ। ਸਾਡਾ ਪੂਰਾ ਸਮਰਥਨ ਜਿਹੜਾ ਹੈਗਾ ਉਹ ਕਿਸਾਨਾਂ ਦੇ ਨਾਲ ਆ। ਬਾਕੀ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚੋਂ, ਬਾਰਡਰ ਦੇ ਵਿੱਚੋਂ, ਸਰਹੱਦ ਦੇ ਉੱਤੇ ਬੈਠੀ ਜਿਹੜੀ ਰਾਏ ਸਿੱਖ ਬਰਾਦਰੀ ਹੈ ਉਹ ਵੀ ਟਰਾਲੀਆਂ ਦੇ ਵਿੱਚ ਜਿਹੜਾ ਹੈਗਾ, ਕਿਉਂਕਿ ਕਿਸਾਨੀ ਨਾਲ ਸੰਬੰਧਿਤ ਸਾਰੇ ਲੋਕ ਨੇ, ਚਾਹੇ ਕਿਸੇ ਵੀ ਬਰਾਦਰੀ ਨਾਲ ਸੰਬੰਧਿਤ ਨੇ, ਕਿਸਾਨੀ ਨਾਲ ਜੁੜੇ ਹੋਏ ਲੋਕ ਨੇ, ਉਹ ਵੀ ਜਿਹੜੇ ਹੈਗੇ ਦਿੱਲੀ ਵੱਲ ਨੂੰ ਵਹੀਰਾਂ ਘੱਟ ਰਹੇ ਆ। ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਸਰਕਾਰ ਨਹੀਂ ਮੰਨ ਰਹੀ, ਉਵੇਂ ਉਵੇਂ ਲੋਕਾਂ ਦਾ ਰੋਸ ਜਿਹੜਾ ਹੋਰ ਜ਼ਿਆਦਾ ਜਿਹੜਾ ਤੇਜ਼ ਹੋ ਰਿਹਾ ਕਿ ਸਾਡੇ ਜਿਹੜੇ ਕਿਸਾਨ ਨੇ ਉਹ ਕਿੰਨੇ ਦਿਨਾਂ ਤੋਂ ਦਿੱਲੀ ਦੇ ਵਿੱਚ ਠੰਡ ਦੇ ਵਿੱਚ ਜਿਹੜੇ ਸੜਕਾਂ ਦੇ ਉੱਪਰ ਬੈਠੇ ਹੋਏ ਨੇ ਤੇ ਕਿਸਾਨ ਸਰਕਾਰ ਜਿਹੜੀ ਆ ਉਹ ਆਪਣੀ ਅੜੀ ਤੋਂ ਪਿੱਛੇ ਨਹੀਂ ਆ ਰਹੀ। ਸੋ ਇਹ ਜਿਹੜੀਆਂ ਜਦੋਂ ਖਬਰਾਂ ਆਮ ਲੋਕਾਂ ਤੱਕ ਪਹੁੰਚਦੀਆਂ ਨੇ, ਜਿਹੜੇ ਬਜ਼ੁਰਗ ਨੇ ਉਹ ਵੀ ਮੁੰਡਿਆਂ ਨੂੰ ਪੁੱਛਦੇ ਆ ਵੀ ਮੁੰਡਿਓ ਕੀ ਬਣਿਆ, ਦੱਸੋ ਸਰਕਾਰ ਕੀ ਕਰ ਰਹੀ ਹੈ। ਤਾਂ ਫਿਰ ਜਦੋਂ ਲੜਕੇ ਜਿਹੜੇ ਦੱਸਦੇ ਆ ਪੜ੍ਹੇ ਲਿਖੇ ਬਜ਼ੁਰਗਾਂ ਨੂੰ, ਤਾਂ ਉਹਨਾਂ ਦੇ ਜਿਹੜਾ ਗੁੱਸਾ ਹੋਰ ਵੱਧਦਾ। ਤਾਂ ਉਹ ਵੀ ਸਾਰੇ ਜਿਹੜੇ ਆ ਉਹ ਆਪਣੇ ਕਮਰ ਕੱਸੇ ਉਹਨਾਂ ਨੇ ਕਰ ਲਿਆ। ਨੌਜਵਾਨਾਂ ਦੇ ਨਾਲ ਜਿਹੜੇ ਬਜ਼ੁਰਗ ਜਿਹੜੇ ਆ ਉਹ ਵੀ ਜਿਹੜੇ ਦਿੱਲੀ ਵੱਲ ਨੂੰ ਰਵਾਨਾ। ਆਉਣ ਵਾਲੇ ਦਿਨਾਂ 'ਚ ਉੱਥੇ ਜਿਹੜਾ ਰਸ਼ ਆ ਉਹ ਤਾਂ ਵੱਧ ਹੀ ਰਿਹਾ। ਬਾਕੀ ਜਿਵੇਂ ਜਿਵੇਂ ਹੁਣ ਸੰਗਤ ਜਾ ਰਹੀ ਆ ਉਸ ਤਰੀਕੇ ਦੇ ਨਾਲ ਹੋਰ ਜ਼ਿਆਦਾ ਜਿਹੜਾ ਰਸ਼ ਉੱਥੇ ਹੋਣ ਦੀ ਸੰਭਾਵਨਾ ਜਾਣੇ ਵਾਲੇ ਸਾਹਿਬ। ਬਾਕੀ ਜੇ ਫਿਰੋਜ਼ਪੁਰ ਦੀ ਮੈਂ ਗੱਲ ਕਰਾਂ ਤਾਂ ਫਿਰੋਜ਼ਪੁਰ ਦੇ ਵਿੱਚ ਕਾਲੇ ਸ਼ੀਸ਼ੇ ਵਾਲੀਆਂ ਗੱਡੀਆਂ, ਚਾਹੇ ਸਾਡੀ ਸੁਪਰੀਮ ਕੋਰਟ ਨੇ ਕਿੰਨੇ ਵੀ ਸਖਤ ਆਰਡਰ ਕੀਤੇ ਹੋਣ, ਪਰ ਹੁੰਦਾ ਉਹੀ ਹੈ ਜੋ ਸਾਡੇ ਲੀਡਰ ਚਾਹੁੰਦੇ ਨੇ ਜਾਂ ਸਾਡੀ ਜੋ ਪੁਲਿਸ ਚਾਹੁੰਦੀ ਹੈ। ਠੀਕ ਹੈ, ਹੁਣ ਜਿਹੜਾ ਵੱਡੇ ਤੋਂ ਵੱਡਾ ਅਫਸਰ ਆ ਉਹ ਤਾਂ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਨਹੀਂ, ਕਾਲੇ ਸ਼ੀਸ਼ੇ ਨਹੀਂ ਕਰ ਸਕਦਾ, ਨਾ ਕੋਈ ਮੰਤਰੀ MLA ਕਰ ਸਕਦਾ। ਪਰ ਇੱਥੇ ਗੈਂਗਸਟਰ ਤੇ ਕ੍ਰਿਮੀਨਲ ਕਿਸਮ ਦੇ ਲੋਕ ਜਿਹੜੇ ਆ ਉਹ ਸ਼ਰੇਆਮ ਬਿਨਾਂ ਨੰਬਰੀ ਕਾਲੇ ਸ਼ੀਸ਼ਿਆਂ ਵਾਲੀਆਂ ਸਕਾਰਪੀਓ 2-4 ਫਿਰੋਜ਼ਪੁਰ 'ਚ ਘੁੰਮ ਰਹੀਆਂ ਨੇ। ਹੋ ਸਕਦਾ ਆਉਣ ਵਾਲੇ ਦਿਨਾਂ 'ਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ। ਤਾਂ ਹੋਰ ਵੀ ਕਈ ਐਸੀਆਂ ਗੱਡੀਆਂ ਜਿਹੜੀਆਂ ਉਹ ਪੁਲਿਸ ਦੇ ਨੋਟਿਸ ਦੇ ਵਿੱਚ ਨੇ, ਪਰ ਉਹਨਾਂ ਦੇ ਉੱਤੇ ਕਾਰਵਾਈ ਕੋਈ ਨਹੀਂ ਕੀਤੀ ਜਾ ਰਹੀ ਜੀ। ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਤੇ ਹੋਰ ਕਈ ਕਿਸਮ ਦੇ ਜਿਹੜੇ ਲੋਕ ਹੈਗੇ ਫਿਰੋਜ਼ਪੁਰ ਦੇ ਵਿੱਚ ਸਰਗਰਮ ਹੈਗੇ ਨੇ। ਪੁਲਿਸ ਦੀ ਥੋੜੀ ਢਿੱਲੀ ਕਾਰਗੁਜ਼ਾਰੀ ਜਿਹੜੀ ਹੈਗੀ ਆ ਉਹ ਕਿਤੇ ਨਾ ਹੋਵੇ ਆਉਣ ਵਾਲੇ ਦਿਨਾਂ 'ਚ ਕਿਸੇ ਨਾ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਵੇ। ਪੁਲਿਸ ਨੂੰ ਚਾਹੀਦਾ ਕਿ ਸਮਾਂ ਰਹਿੰਦੇ ਜਦੋਂ ਇਹੋ ਜਿਹੀ ਗੱਡੀ ਕੋਈ ਚੌਂਕ 'ਚ ਲੰਘਦੀ ਹੈ, ਕਿਉਂਕਿ ਚੌਂਕਾਂ ਦੇ ਵਿੱਚ ਪੁਲਿਸ ਦੇ ਨਾਕੇ ਜਿਹੜੇ ਲੱਗੇ ਹੁੰਦੇ ਆ, ਤਾਂ ਉਹ ਇਹਨਾਂ ਗੱਡੀਆਂ ਨੂੰ ਘੇਰ ਕੇ ਤੇ ਇਹਨਾਂ ਤੋਂ ਜਿਹੜੇ ਸ਼ੀਸ਼ੇ ਦੀ ਜਿਹੜੀ ਫਿਲਮ ਆ ਉਹ ਉਤਰਵਾ ਦੇਣ ਤਾਂ ਕਿ ਕੋਈ ਅਪਰਾਧੀ ਕਿਸਮ ਦੇ ਲੋਕ ਜਿਹੜੇ ਆ ਉਹ ਨਾ ਜਿਹੜਾ ਮਾਹੌਲ ਖਰਾਬ ਨਾ ਕਰ ਸਕਣ। ਬਸ ਗੱਲ ਤਾਂ ਇਹੀ ਹੈ ਨਾ ਜੀ, ਬਿਲਕੁਲ ਇਹਨਾਂ ਲੋਕਾਂ ਦੇ ਜਿਹੜਾ ਇਹਨਾਂ ਦੀ ਪਹੁੰਚ ਉੱਤੋਂ ਤੱਕ ਹੁੰਦੀ ਨਾ, ਤੁਹਾਡੇ ਮੇਰੇ ਵਰਗੇ ਦੀ ਤਾਂ ਕੋਈ ਚੱਲਦੀ ਨਹੀਂ ਹੁੰਦੀ ਇੱਥੇ। ਉਹੀ ਗੱਲ ਮੈਂ ਧੰਨਵਾਦ ਸਾਹਿਬ ਕੀਤੀ ਸੀ ਨਾ, ਕਿਉਂਕਿ ਕਾਲੇ ਨੇ ਲੋਕ ਜਿਹੜੇ ਆ ਕਿਤੇ ਨਾ ਕਿਤੇ ਦੇਖੋ ਪੁਲਿਸ ਦਾ ਨਾਕਾ ਲੱਗਾ, ਉੱਥੋਂ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਲੰਘ ਰਹੀ ਆ ਤਾਂ ਕੀ ਉਹਨਾਂ ਨੂੰ ਦਿਖਦਾ ਨਹੀਂ ਆ? ਉਹਨੇ ਇੱਕ ਗੇੜਾ ਲਾਇਆ, 2 ਗੇੜਾ ਲਾਇਆ, ਉਹ ਤੀਜੇ ਚੌਂਕ 'ਚ ਗਈ, ਉੱਥੇ ਵਾਇਰਲੈਸ ਤੇ ਇਨਫੋਰਮੇਸ਼ਨ ਨਹੀਂ ਦੇ ਸਕਦੇ ਕਿ ਭਾਈ ਫਲਾਣੀ ਸਾਈਡ ਤੋਂ ਇੱਕ ਕਾਲੇ ਸ਼ੀਸ਼ੇ ਵਾਲੀ ਗੱਡੀ ਆਉਂਦੀ, ਉਹਨੂੰ ਚੈੱਕ ਕਰੋ। ਉਹ ਇੱਕ ਦਿਨ ਨਹੀਂ, 2 ਦਿਨ ਨਹੀਂ, ਪਿਛਲੇ 1 ਮਹੀਨੇ ਤੋਂ ਲਗਾਤਾਰ ਇੰਜ ਹੋ ਰਿਹਾ। ਕਾਲੇ ਸ਼ੀਸ਼ੇ ਵਾਲੀਆਂ ਗੱਡੀਆਂ ਜਿਹੜੀਆਂ ਫਿਰੋਜ਼ਪੁਰ 'ਚ ਘੁੰਮ ਰਹੀਆਂ ਨੇ, ਕਿਸੇ ਦੇ ਉੱਤੇ ਆਰਮੀ ਲਿਖਿਆ ਹੁੰਦਾ, ਕਿਸੇ ਦੇ ਉੱਤੇ ਪੁਲਿਸ ਲਿਖਿਆ ਹੁੰਦਾ, ਕਿਸੇ ਦੇ ਕੁਝ ਲਿਖਿਆ ਹੁੰਦਾ, VIP ਸਟਿੱਕਰ ਲੱਗੇ ਹੋਏ ਨੇ ਜੀ। ਤਾਂ ਇਹ ਪੁਲਿਸ ਕਦੋਂ ਜਾਗੂਗੀ, ਕਦੋਂ? ਯਾਨੀ ਜਦੋਂ ਕੋਈ ਵੱਡਾ ਮਸਲਾ ਹੋ ਜਾਂਦਾ ਫਿਰ ਪੁਲਿਸ ਕਹਿੰਦੀ ਅਸੀਂ ਕਾਰਵਾਈ ਕਰਾਂਗੇ, ਅਸੀਂ ਇਹਦੀ ਡੂੰਘਾਈ 'ਚ ਜਾਂਚ ਕਰਾਂਗੇ। ਜਾਂਚ ਤੋਂ ਪਹਿਲਾਂ ਜਦੋਂ ਦੇਖ ਰਿਹਾ ਕਿ ਕਾਲੇ ਸ਼ੀਸ਼ੇ ਨੇ ਗੱਡੀਆਂ ਤੁਰੀਆਂ ਫਿਰਦੀਆਂ, ਉਹ ਜਾਂਚ ਕਰਨ ਦਾ ਇਹਦਾ ਪਿੱਛੇ ਕੀ ਰਹਿ ਗਿਆ? ਸੋ ਇਹ ਫਿਰੋਜ਼ਪੁਰ ਦੇ ਹਾਲਾਤ ਨੇ। ਧੰਨਵਾਦ ਜੀ, ਮਿਹਰਬਾਨੀ ਜੀ, ਮਿਹਰਬਾਨੀ ਤੁਹਾਡਾ, ਧੰਨਵਾਦ। ਤੇ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਦੇ ਨਾਲ ਜੁੜੇ ਹੋ। ਰੇਡੀਓ ਪੰਜਾਬ ਟੂਡੇ ਦੇ ਨਾਲ ਜੇਕਰ ਕੋਈ ਵੀ ਵੀਰ ਬਤੌਰ ਪੱਤਰਕਾਰ ਜੁੜਨਾ ਚਾਹੁੰਦਾ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਜੀ। ਫੋਨ ਨੰਬਰ ਹੈ 97-801 41741 ਤੇ ਦਿੱਲੀ ਦੇ ਵਿੱਚ ਜੇਕਰ ਤੁਸੀਂ ਕਵਰੇਜ ਕਰਨਾ ਚਾਹੁੰਦੇ ਹੋ ਜਾਂ ਕਿਸੇ ਪ੍ਰਕਾਰ ਦੀ ਤੁਹਾਨੂੰ ਲੱਗਦਾ ਕਿ ਤੁਸੀਂ ਉੱਥੇ ਸੇਵਾ ਨਿਭਾ ਸਕਦੇ ਹੋ ਤਾਂ ਬਿਲਕੁਲ ਜੀ ਤੁਹਾਨੂੰ ਇੱਥੋਂ ਥੋੜ੍ਹੀ ਟ੍ਰੇਨਿੰਗ ਦੇ ਕੇ ਭੇਜ ਦਿਆਂਗਾ ਤੇ ਤੁਸੀਂ ਉੱਥੇ ਕਰੋ। ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਹਰ ਇੱਕ
ਖਬਰ ਜਿਹੜੀ ਆ ਪੰਜਾਬ ਦੇ ਸੰਘਰਸ਼ ਦੀ ਤੇ ਹਰ ਤਰ੍ਹਾਂ ਦੀ ਜਿਹੜੀ ਹੈ ਉਹ ਤੁਹਾਡੇ ਤੱਕ ਪਹੁੰਚਾਈ ਜਾਵੇ। ਸੋ ਪ੍ਰੋਗਰਾਮ ਸ਼ਮਾਦਾਨ ਜਿਹੜਾ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 ਦੇ ਉੱਤੇ ਲਾਈਵ ਪ੍ਰਸਾਰਿਤ ਹੁੰਦਾ। ਇਸ ਵਿੱਚ ਅਸੀਂ ਸਰਦਾਰ ਬਖਤੌਰ ਸਿੰਘ ਢਿੱਲੋਂ, ਸਰਦਾਰ ਜਸਵੀਰ ਸਿੰਘ ਭੱਟੀ, ਲੁਧਿਆਣੇ ਤੋਂ ਸ਼ਿਵਿੰਦਰ ਹੋਰੀ ਅਤੇ ਹੋਰ ਸਾਡੇ ਮਹਿਮਾਨ ਦਿੱਲੀ ਤੋਂ ਪ੍ਰੋਫੈਸਰ ਅਵਿਨਾਸ਼ ਸਿੰਘ ਹੋਰੀ, ਅਤੇ ਜੇਕਰ ਕੌਮੀ ਪੱਧਰ ਦੀ ਵੀ ਕੋਈ ਹੋਰ ਗੱਲ ਲੋੜ ਪੈਂਦੀ ਹੈ ਤਾਂ ਨਿਤਿਨ ਸਕਸੈਨਾ ਜੀ, ਕਹਿਣ ਤੋਂ ਭਾਵ ਬਹੁਤ ਸੀਨੀਅਰ ਪੱਤਰਕਾਰ ਇਸ ਰੇਡੀਓ ਪੰਜਾਬ ਟੂਡੇ ਦੇ ਨਾਲ ਜੁੜੇ ਹੋਏ ਨੇ, ਉਹਨਾਂ ਵੱਲੋਂ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ। ਸੋ लखोवाल साहब एड्रेस कर रहे हैं, की कह रहे हैं? सुनो, कुर्की नहीं होगी। आज उन्होंने प्रेस कॉन्फ्रेंस में मैं ये एक्ट जो उन्होंने बनाया उसकी 14(7) मत है, उसे पढ़ के सुना रहा हूँ आपको। द अमाउंट पेबल अंडर एनी ऑर्डर पास्ड बाय द सब डिविजनल अथॉरिटी और द एफिलिएट अथॉरिटी एज द केस may be recovered as areas of land revenue। एरियर्स ऑफ लैंड रेवेन्यू जो डिक्लेयर कर दिया, इसका मतलब है कि जमीन की कुर्की होगी, ये एक्ट में लिखा है। एक बेनती और मीडिया को करेंगे, सारा ही मीडिया आपसे पूछता है कि जब सरकार अमेंडमेंट करती है तो क्यों नहीं मान रही है जथेबंदियां। हमने बताया कि लाखों किसान सड़कों पर बैठे, महिलाएं हैं, बच्चे हैं, नौजवान हैं, बुजुर्ग हैं। 25 के करीब मृत्यु हो चुकी है किसानों की। उन्होंने अंदर दुख है, दर्द है कि जमीन जाएगी, बेरोजगारी होएगी, खेती उजड़ेगी, बड़ा नुकसान हुआ। आपको बेनती ये करना चाहिए कि सरकार से पूछे कि अगर कानून सरकार रद्द कर देती है तो सरकार का क्या नुकसान होता। ये सवाल जरूर उठाइए, सरकार से पूछिए अगर कानून रद्द हो जाते हैं सरकार का क्या नुकसान हो जाता है। ये मैं गृह मंत्री को भी पूछा था, उन्होंने जवाब नहीं दिया। अगे उन्होंने पूछा कि अगर ये तुम इसका जवाब नहीं देते कि कारपोरेट घराने के पक्ष में नहीं बोल रहे, तुम ये भी नहीं बोले। 2 सवाल साडी बेनती पर सरकार को जरूर पूछे। ਤੁਸੀਂ ਪ੍ਰੈਸ ਕਾਨਫਰੰਸ ਦੀਆਂ ਕੁਝ ਗੱਲਾਂ ਸੁਣੀਆਂ ਤੇ ਸਿਰਸੇ ਵੱਲ ਨੂੰ ਰੁਖ ਕਰਦੇ ਆ ਜੀ। ਬਲਜੀਤ ਸਿੰਘ ਜੀ ਮੇਰੇ ਨਾਲ ਨੇ। ਬਲਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਲਜੀਤ ਜੀ, ਕਿਉਂਕਿ ਆਪਾਂ ਗੱਲ ਕਰਦੇ ਹਾਂ ਸਿੱਖ ਬਹੁਤਾਤ ਵਾਲੇ ਏਰੀਏ ਦੀ ਜ਼ਿਆਦਾਤਰ, ਪਰ ਸਾਡੇ ਤੋਂ ਕਿਤੇ ਨਾ ਕਿਤੇ ਰਹਿ ਜਾਂਦੀ ਹੈ ਜਿੱਥੇ ਦੇਸਵਾਲ ਏਰੀਆ, ਤੁਹਾਡਾ ਬਾਗੜ ਏਰੀਆ, ਜਾਂ ਹੋਰ ਜਿਹੜੇ ਕੀ ਕਹਿੰਦੇ ਕਿਸਾਨ ਨੇ, ਹਿੰਦੀ ਸਪੀਕਿੰਗ ਏਰੀਏ ਦੇ ਕਿਸਾਨ ਨੇ, ਹਰਿਆਣੇ ਦੇ ਵਿੱਚ ਹਰਿਆਣਵੀ ਬੋਲਦੇ ਨੇ, ਉੱਥੋਂ ਆਪਾਂ ਖਬਰਾਂ ਘੱਟ ਡਿਸਕਸ ਕਰ ਪਾਉਣੇ ਆ। ਖਾਪਾਂ ਜਿਹੜੀਆਂ ਨੇ ਪੂਰੀਆਂ ਖੁੱਲ੍ਹ ਕੇ ਆ ਰਹੀਆਂ ਨੇ। ਕਿਸ ਤਰ੍ਹਾਂ ਦਾ ਮਾਹੌਲ ਹੈ ਕਿਸਾਨਾਂ ਦੇ ਵਿੱਚ, ਅਤੇ ਸਰਕਾਰ ਉਹਨੂੰ ਕਿਸ ਤਰ੍ਹਾਂ ਲੈ ਰਹੀ ਹੈ ਸਿਆਸੀ ਪੱਖੋਂ ਵੀ, ਕਿਉਂਕਿ BJP ਦੀ ਸਰਕਾਰ ਹੈ ਅਤੇ ਉਹਦੇ ਵਿੱਚ ਹਮਾਇਤ ਜਿਹੜੀ ਹੈ ਕਿਸਾਨ ਪੱਖੀ ਪਾਰਟੀ ਦੀ ਹੈ। ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ? ਕੁਛ ਅਦਲਾ ਬਦਲਾ, ਉਥਲ ਪੁਥਲ, ਕਿਉਂਕਿ ਹੁੱਡਾ ਸਾਹਿਬ ਵੀ ਕਹਿੰਦੇ ਆ ਕਿ ਗਣਿਤ ਚੱਲ ਰਿਹਾ, ਗਣਿਤ ਕਾ ਖੇਡ ਜਲਦ ਦਿਖਾਏਂਗੇ। ਜੀ ਜੀ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਵੀ ਅੰਦੋਲਨ ਦੇ ਨਾਲ ਨਾਲ ਰਾਜਨੀਤੀ ਵੀ ਪੂਰੀ ਸਕਰੀਆ ਹੋ ਗਈ ਹੈ। ਪਹਿਲਾ ਗੱਲ ਮੈਂ ਅਗਰ ਅੰਦੋਲਨ ਦੀ ਕਰਾਂ ਤੇ ਕੱਲ 5ਵੇਂ ਪੱਖ ਦੀ ਵਾਰਤਾ ਵੀ ਫੇਲ ਹੋ ਗਈ, ਕੋਈ ਗੱਲਬਾਤ ਸਿਰੇ ਨਹੀਂ ਚੜ ਪਾਈ। ਉਹਨੂੰ ਲੈ ਕੇ ਸਾਰੇ ਕਿਸਾਨ ਨੇਤਾਵਾਂ ਦੇ ਵਿੱਚ ਇਸ ਗੱਲ ਦਾ ਰੋਸ ਸੀ ਕਿ ਕਿਸਾਨ 2 ਕਦਮ ਪਿੱਛੇ ਹਟਣ ਨੂੰ ਤਿਆਰ ਸੀ, ਲੇਕਿਨ ਸਰਕਾਰ 2 ਕਦਮ ਅੱਗੇ ਵਧਣ ਨੂੰ ਤਿਆਰ ਨਹੀਂ ਸੀ। ਪੂਰੀ ਤਰ੍ਹਾਂ ਜਿਹੜਾ ਹੈ ਸੈਟੀਸਫਾਈ ਕੱਲ ਕਿਸਾਨਾਂ ਨੂੰ ਨਹੀਂ ਕਰ ਪਾਈ। ਮੇਨ ਮੁੱਦਾ ਹੀ ਨਹੀਂ ਕਰ ਪਾਈ। MSP ਨੂੰ ਕਾਨੂੰਨ ਬਣਾਉਣ ਦੀ ਗੱਲ ਹੋਵੇ ਜਾਂ AMSP ਦੀ ਜੋ ਕੋਈ ਅਮੈਂਡਮੈਂਟ ਦੀ ਗੱਲ ਸੀ, ਉਹਨਾਂ ਕਿਸੇ ਵੀ ਗੱਲਾਂ ਤੇ ਸਰਕਾਰ ਨਹੀਂ ਆਈ। ਗੋਲ ਮੋਲ ਰਾਜਨੀਤੀ ਦੀਆਂ ਗੱਲਾਂ ਹੁੰਦੀਆਂ ਰਹੀਆਂ। ਪਰਸੋਂ ਬੰਦ ਤੋਂ ਬਾਅਦ ਜਿਵੇਂ ਅਮਿਤ ਸ਼ਾਹ ਨੇ ਆਪਣੇ ਕੋਲ ਬੁਲਾ ਲਿਆ, ਉਹ ਵੀ ਲਿਮਟਿਡ ਜਿਹੇ ਲੋਕਾਂ ਨੂੰ ਬੁਲਾਇਆ, ਕਿਤੇ ਨਾ ਕਿਤੇ ਕਿਸਾਨਾਂ 'ਚ ਫੁੱਟ ਪਾਉਣ ਦੀ ਕੋਸ਼ਿਸ਼। ਖੈਰ ਇਹਨਾਂ ਗੱਲਾਂ ਤੋਂ ਬਾਅਦ ਜਿਹੜਾ ਬੰਦ ਦੇ ਵਿੱਚ ਰਾਜਨੀਤਿਕ ਪਾਰਟੀਆਂ ਨੇ ਸਮਰਥਨ ਦਿੱਤਾ, ਉਸ ਤੋਂ ਬਾਅਦ ਪਾਰਟੀਆਂ ਸਾਰੀਆਂ ਹੀ ਸਕਰੀਆ ਹੋ ਗਈਆਂ ਨੇ, ਕਿਉਂਕਿ ਸ਼ਾਮ ਨੂੰ ਰਾਸ਼ਟਰਪਤੀ ਨੂੰ ਵੀ ਪਰਸੋਂ ਮਿਲੇ, ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਦਖਲ ਅੰਦਾਜ਼ੀ ਕਰੋ। ਮੋਦੀ ਸਾਹਿਬ ਜਿਹੜੇ ਨੇ ਉਹ ਤਾਨਾਸ਼ਾਹ ਬਣੇ ਹੋਏ ਨੇ, ਗੱਲਬਾਤ ਸੁਣਨ ਨੂੰ ਤਿਆਰ ਨਹੀਂ, ਤੇ ਰਾਸ਼ਟਰਪਤੀ ਨੇ ਵੀ ਆਸ਼ਵਾਸਨ ਦਿੱਤਾ, ਲੇਕਿਨ ਰਾਸ਼ਟਰਪਤੀ ਵੱਲੋਂ ਅਜੇ ਤੱਕ ਜਿਹੜਾ 48 ਘੰਟੇ ਬੀਤਣ ਤੱਕ ਕੋਈ ਨੋਟਿਸ, ਕੋਈ ਗੱਲ, ਕੋਈ ਫੋਨ ਸਰਕਾਰ ਨੂੰ ਨਹੀਂ ਕੀਤਾ ਗਿਆ। ਅਜੇ ਤੱਕ ਸਭ ਸਿਆਸੀ ਮਾਮਲੇ ਦੇ ਵਿੱਚ ਚੁੱਪ ਹੈ। ਰਹੀ ਗੱਲ ਹਰਿਆਣਾ ਦੀ ਰਾਜਨੀਤੀ ਦੀ, ਤੇ ਹੁੱਡਾ ਨੇ ਇਸ ਗੱਲ ਦੀ ਮੰਗ ਕੀਤੀ ਹੈ ਕਿ ਤੁਰੰਤ ਸੈਸ਼ਨ ਬੁਲਾਉਣਾ ਚਾਹੀਦਾ ਹੈ, ਸਾਰੇ MLA ਦੀ ਰਾਏ ਲੈਣੀ ਚਾਹੀਦੀ ਹੈ, ਕਿਉਂਕਿ ਮੁੱਦਾ ਕਿਸਾਨੀ ਦਾ ਹੈ ਤੇ ਹਰਿਆਣਾ ਜਿਹੜਾ ਹੈ ਉਹ ਕਿਸਾਨੀ ਦੇ ਵਿੱਚ ਹੀ ਸਾਰਾ ਪੂਰੇ ਦੇਸ਼ ਦੇ ਵਿੱਚ ਜਾਣਿਆ ਜਾਂਦਾ ਹੈ। ਅਗਰ ਸੈਸ਼ਨ ਬੁਲਾਇਆ ਜਾਏਗਾ, ਚਾਹੇ 1 ਦਿਨ ਦਾ ਹੀ ਬੁਲਾਇਆ ਜਾਏ, ਲੇਕਿਨ ਉਹਨਾਂ ਦੀ ਮੰਗ ਨੂੰ ਪੋਲੀਟੀਕਲ ਕਹਿ ਕੇ ਖਾਰਿਜ ਕਰ ਦਿੱਤਾ ਗਿਆ।
ਸਰਕਾਰ ਕਿਸੇ ਤਰ੍ਹਾਂ ਦਾ ਕੋਈ ਸੈਸ਼ਨ ਬੁਲਾਉਣ ਨੂੰ ਤਿਆਰ ਨਹੀਂ, ਸਰਕਾਰ ਕੋਈ ਰਿਸਕ ਹੀ ਨਹੀਂ ਲੈਣਾ ਚਾਹੁੰਦੀ, ਕਿਸੇ ਐਮਐਲਏ ਦੀ ਕੋਈ ਗੱਲ ਹੀ ਨਹੀਂ ਸੁਣਨਾ ਚਾਹੁੰਦੀ। ਅੱਜ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਵੀ ਇੱਕ ਜਗ੍ਹਾ ਇੱਕ ਬਿਆਨ ਦਿੱਤਾ ਹੈ ਕਿ ਹੁਣ ਜੋ ਗੱਲਬਾਤ ਹੈ ਕਿਸਾਨਾਂ ਨੂੰ ਹੁਣ ਅੱਗੇ ਹੀ ਵਧਣਾ ਚਾਹੀਦਾ ਹੈ। ਉਹਨਾਂ ਦਾ ਜੋ ਇਸ ਤਰ੍ਹਾਂ ਦਾ ਬਿਆਨ ਆਇਆ ਹੈ ਉਹ ਮਤਲਬ ਸਮਝ ਨਹੀਂ ਆ ਰਿਹਾ ਕਿ ਹੁਣ ਤੱਕ ਉਹ ਚੁੱਪੀ ਸਾਧੇ ਹੋਏ ਸੀ ਔਰ ਸਾਰੇ ਉਹਨਾਂ ਨੂੰ ਲਾਂਤਾਂ ਪਾ ਰਹੇ ਸੀ ਇਸ ਗੱਲ ਦੀਆਂ ਵੀ ਚੌਧਰੀ ਦੇਵੀ ਲਾਲ ਦਾ ਪੋਤਾ ਹੋਵੇ ਤੇ ਕਿਸਾਨਾਂ ਦੀ ਗੱਲ ਨਾ ਸੁਣੇ। ਅੱਜ ਥੋੜਾ ਬਹੁਤਾ ਹੁੰਗਾਰਾ ਹੈ, ਹੋ ਸਕਦਾ ਹੈ ਕੋਈ ਸਰਕਾਰੀ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ ਜਾਂ ਸਰਕਾਰ ਤੋਂ ਇਹਨਾਂ ਦੀ ਵੱਖ ਹੋਣ ਦੀ ਕੋਈ ਕੋਸ਼ਿਸ਼ ਹੋਵੇ, ਲੇਕਿਨ ਕੁਛ ਨਾ ਕੁਛ ਇਹਨਾਂ ਵੱਲੋਂ ਹੁਣ ਆ ਰਿਹਾ ਹੈ। ਅਜੇ ਸਿੰਘ ਨੇ, ਇਹਨਾਂ ਦੇ ਜੋ ਪਿਤਾ ਨੇ ਰਾਜ ਸਭਾ ਮੈਂਬਰ ਰਹੇ ਨੇ, ਐਮਐਲਏ ਰਹੇ ਨੇ, ਉਹਨਾਂ ਨੇ ਵੀ ਇਸ ਗੱਲ ਦਾ ਬਿਆਨ ਦਿੱਤਾ ਹੈ ਕਿ ਸਰਕਾਰ ਨੂੰ ਕਿਸਾਨਾਂ ਦੀ ਗੱਲਬਾਤ ਨਰਮ ਹੋ ਕੇ ਸੁਣਨੀ ਚਾਹੀਦੀ ਹੈ ਔਰ ਕਿਸਾਨਾਂ ਦੀ ਗੱਲ ਮੰਨਣੀ ਚਾਹੀਦੀ ਹੈ। ਜੀ ਜੀ। ਸੋ ਜਿਵੇਂ ਤੁਸੀਂ ਕੱਲ ਜੋ ਹੈ ਇਨੈਲੋ ਦੇ ਅਭੈ ਚੌਟਾਲਾ ਉਹ ਵੀ ਕਿਸਾਨਾਂ ਨੂੰ ਨਾਲ ਲੈ ਕੇ ਟਿਕਰੀ ਬਾਰਡਰ ਤੇ ਪਹੁੰਚੇ, ਆਪਦਾ ਸਮਰਥਨ ਦਿੱਤਾ, ਆਪਦੇ ਸਮਰਥਕਾਂ ਦੇ ਨਾਲ ਆਪ ਧਰਨੇ ਤੇ ਬੈਠੇ ਰਹੇ। ਜਿਹੜੀ ਗੱਲ ਤੁਸੀਂ ਕਰ ਰਹੇ ਸੀ ਰੋਹਤਕ ਤੇ ਉਹਦਾ ਜੋ ਐਨਸੀਆਰ ਦਾ ਏਰੀਆ ਹੈ ਉਹਦੇ ਇਲਾਵਾ ਫਰੀਦਾਬਾਦ ਦੇ ਨਾਲ ਚਾਹੇ ਮਹਿੰਦਰਗੜ੍ਹ ਹੈ, ਚਾਹੇ ਅਹੀਰਵਾਲ ਖੇਤਰ ਹੈ, ਚਾਹੇ ਉਹ ਰਿਵਾੜੀ ਹੈ, ਉੱਥੋਂ ਦੇ ਕਿਸਾਨ ਵੀ ਬੜੇ ਹੁਮਾ ਕੇ ਦਿੱਲੀ ਪਹੁੰਚੇ ਨੇ, ਬਾਰਡਰਾਂ ਤੇ ਮੋਰਚਾ ਲਾਇਆ ਹੋਇਆ ਹੈ। ਔਰ ਸਿਰਸਾ, ਹਿਸਾਰ, ਫਤਿਆਬਾਦ ਇਹ ਜਿਹੜੀ ਬੈਲਟ ਹੈ, ਜੀਂਦ ਖਾਸ ਕਰਕੇ ਜੀਂਦ ਦੇ ਕਿਸਾਨ ਬੜੇ ਅਗਰੈਸਿਵ ਕਿਸਾਨ ਨੇ, ਉਹਨਾਂ ਨੇ ਬੜੇ ਕਿਸਾਨ ਅੰਦੋਲਨ ਕੀਤੇ ਨੇ, ਉਹ ਸਾਰੇ ਵੀ ਆਪਣੀ ਆਪਣੀ ਟਰਾਲੀਆਂ ਤੇ ਪਹੁੰਚੇ ਹੋਏ ਨੇ ਔਰ ਬੜਾ ਏਕਤਾ ਦਾ ਉੱਥੇ ਜਿਹੜਾ ਪਰਿਚੈ ਮਿਲ ਰਿਹਾ ਹੈ। ਜਿਵੇਂ ਲੰਗਰ ਲਾਏ ਜਾ ਰਹੇ ਨੇ, ਚਾਹੇ ਉਹ ਪੋਲੀਟੀਕਲ ਲੋਕਾਂ ਤੋਂ ਇਲਾਵਾ ਆਪਾਂ ਇਹਨਾਂ ਦੀ ਗੱਲ ਕਰੀਏ ਸਿੰਗਰਸ ਦੀ, ਇਹਨਾਂ ਨੇ ਆਪਣਾ ਸਮਰਥਨ ਦਿੱਤਾ ਹੈ। ਜਿਹੜੀ ਫਿਲਮੀ ਹਸਤੀਆਂ ਵੀ ਕਈ ਹੁਣ ਹੱਕ 'ਚ ਆਈਆਂ ਨੇ। ਹਰਿਆਣਾ ਦੇ ਜਿਹੜੇ ਫੇਮਸ ਸਿੰਗਰ ਨੇ, ਫੇਮਸ ਕਲਾਕਾਰ ਨੇ, ਚਾਹੇ ਉਹ ਸਪਨਾ ਚੌਧਰੀ ਹੈ, ਚਾਹੇ ਉਹ ਵੀਰ ਸਾਹੂ ਹੈ, ਉਹ ਰਾਜੂ ਪੰਜਾਬੀ ਹੈ, ਉਹਨਾਂ ਸਾਰਿਆਂ ਨੇ ਵੀ 8 ਤਰੀਕ ਨੂੰ ਉੱਥੇ ਬਾਰਡਰਾਂ ਤੇ ਪਹੁੰਚ ਕੇ ਆਪਣੇ ਗੀਤਾਂ ਰਾਹੀਂ ਵੀ ਕਿਸਾਨਾਂ 'ਚ ਜੋਸ਼ ਭਰਿਆ ਤੇ ਆਪਣਾ ਖੁੱਲਾ ਐਲਾਨ ਦਿੱਤਾ, ਚੰਦਾ ਚਿੱਠਾ ਵੀ ਆਪਣੇ ਵੱਲੋਂ ਦਿੱਤਾ। ਯਾਨੀ ਕਿ ਹਰਿਆਣਾ ਦਾ ਆਮ ਆਦਮੀ ਵੀ ਕਿਸਾਨਾਂ ਦੇ ਨਾਲ ਖੜਾ ਹੈ। ਜੀ ਬਿਲਕੁਲ। ਕਿਸਾਨ ਇਹੀ ਇੱਕ ਸਭ ਤੋਂ ਵੱਡੀ ਗੱਲ ਸੀਗਾ ਕਿ ਲਗਾਤਾਰ ਇਹ ਅੰਦੋਲਨ ਜਨ ਅੰਦੋਲਨ ਬਣ ਰਿਹਾ। ਡਾਕਟਰ ਜਾ ਰਹੇ ਨੇ, ਵਕੀਲ ਜਾ ਰਹੇ ਨੇ, ਵਪਾਰੀ ਵਰਗ ਜਾ ਰਿਹਾ, ਸਾਰੇ ਜਾ ਰਹੇ ਹੈ। ਪਰ ਸਭ ਤੋਂ ਵੱਡੀ ਗੱਲ ਸਮਝਣ ਦੀ ਉਹਨਾਂ ਲੋਕਾਂ ਨੂੰ ਹੈ ਜਿਨ੍ਹਾਂ ਦੇ ਉੱਤੇ ਕੁਝ ਲੋਕ ਇਹਦਾ ਵਿਰੋਧ ਕਰ ਰਹੇ ਆ। ਪਰ ਮੈਨੂੰ ਨਹੀਂ ਲੱਗਦਾ, ਜਿਵੇਂ ਬੰਦ ਦਾ ਕਾਲ ਆਈ ਸੀ, ਬੰਦ ਦੇ ਵਿੱਚੋਂ ਜੇਕਰ ਹਰਿਆਣੇ ਦੇ ਵਿੱਚ ਪੂਰਨ ਬੰਦ ਹੋ ਸਕਦਾ ਤਾਂ ਇੱਥੋਂ ਲੋਕਾਂ ਨੂੰ ਸਪਸ਼ਟ ਹੋ ਗਿਆ ਕਿ ਸਰਕਾਰ ਦੀਆਂ ਨੀਤੀਆਂ ਲੋਕ ਮਾਰੂ ਨੇ, ਲੋਕ ਪੱਖੀ ਨਹੀਂ ਹੈ। ਜੀ ਬਿਲਕੁਲ ਸਹੀ ਗੱਲ ਹੈ, ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਹ ਕਿਸਾਨ ਅੰਦੋਲਨ ਜਿਹੜਾ ਹੈ ਹੁਣ ਇੱਕ ਜਨ ਅੰਦੋਲਨ ਬਣ ਚੁੱਕਿਆ ਹੈ। ਕਿਉਂਕਿ ਜਿਵੇਂ 1-2 ਕਿਸਾਨਾਂ ਦੀ ਡੈਥ ਹੋਈ, ਬੜੀਆਂ ਐਸੋਸੀਏਸ਼ਨਸ ਨੇ, ਸਾਡੇ ਬਰੋਦਾ ਦੇ ਐਮਐਲਏ ਨੇ 10 ਲੱਖ ਦੇਣ ਦੀ ਘੋਸ਼ਣਾ ਕੀਤੀ। ਮਤਲਬ ਹਰ ਪੱਖੋਂ ਹਰ ਆਦਮੀ ਆਪਣੇ ਆਪਣੇ ਵੱਲੋਂ ਜਿੰਨੇ ਜੋਗਾ ਜੋ ਹੈ ਉਹ ਆਪਣੀ ਆਪਣੀ ਮਦਦ ਪਹੁੰਚਾ ਰਿਹਾ ਹੈ। ਬਿਲਕੁਲ ਸਹੀ ਕਹਿ ਰਹੇ ਹੋ, ਡਾਕਟਰਾਂ ਦੀਆਂ ਟੀਮਾਂ ਜਾ ਰਹੀਆਂ ਨੇ, ਐਂਬੂਲੈਂਸ ਸੇਵਾ ਜਾ ਰਹੀ ਹੈ, ਹਰ ਸਰਕਾਰੀ ਸੰਸਥਾਵਾਂ ਜੋ ਐਨਜੀਓਜ਼ ਨੇ, ਸਵੈ ਸੇਵੀ ਸੰਸਥਾਵਾਂ ਨੇ, ਉਹ ਆਪਣੇ ਆਪਣੇ ਪੱਧਰ ਤੇ ਮਦਦ ਕਰ ਰਹੀਆਂ ਨੇ। ਜਿੰਨੇ ਜੋਗਾ ਹੈ ਉਨੀ ਕਿਸਾਨਾਂ ਦੀ ਮਦਦ ਕਰ ਰਿਹਾ ਹੈ। ਜੀ 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 ਜੀ। ਲੇਕਿਨ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ, ਜਨ ਅੰਦੋਲਨ ਬਣਨ ਦੇ ਬਾਵਜੂਦ ਵੀ ਤੁਸੀਂ ਇੱਕ ਗੱਲ ਦੇਖੋ ਕਿ ਸਰਕਾਰ ਦੇ ਕੰਨਾਂ ਵਿੱਚ ਜਿਹੜੀ ਹੈ ਜੂੰ ਵੀ ਨਹੀਂ ਰੇਂਗ ਰਹੀ, ਕਿਸੇ ਤਰ੍ਹਾਂ ਦਾ ਕੋਈ ਹੁੰਗਾਰਾ ਨਹੀਂ ਹੈ, ਕੋਈ ਬਿਆਨ ਨਹੀਂ ਹੈ, ਕੋਈ ਹਮਦਰਦੀ ਨਹੀਂ ਹੈ। ਦਿਨ ਪ੍ਰਤੀ ਦਿਨ ਠੰਡ ਵੱਧ ਰਹੀ ਹੈ ਕਿ ਹੋਰ ਵੀ ਉੱਥੇ ਕੋਈ ਹਾਦਸਾ ਹੋ ਸਕਦਾ ਹੈ। ਕੋਈ ਕਰੋਨਾ ਦੀ ਗੱਲ ਵੀ ਲੈ ਲਈਏ, ਚਾਹੇ ਉਹ ਠੰਡ ਦੀ ਗੱਲ ਲੈ ਲਈਏ, ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਜੀ ਜੀ ਬਿਲਕੁਲ ਬਿਲਕੁਲ। ਸਰਕਾਰ ਦਾ ਬਣਿਆ ਹੋਇਆ ਹੈ, ਅੰਗਰੇਜ਼ੀ ਸਰਕਾਰ ਮਾਰੂ ਸਰਕਾਰ ਬਣੀ ਪਈ ਹੈ। ਬਿਲਕੁਲ ਅੰਗਰੇਜ਼ੀ ਸਰਕਾਰ ਯਾਦ ਕਰਾ ਦਿੱਤੀ ਹੈ ਜੀ, ਅੰਗਰੇਜ਼ੀ ਸਰਕਾਰ ਯਾਦ ਕਰ ਦਿੱਤੀ ਹੈ। ਤੇ ਇਹ ਸੰਘਰਸ਼ ਵੀ ਜਿਹੜਾ ਭਾਰਤ ਛੋੜੋ ਅੰਦੋਲਨ ਦਾ ਯਾਦ ਕਰਾ ਰਿਹਾ ਹੈ ਅੰਦੋਲਨ। ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਕਿਉਂਕਿ ਕਿਸਾਨਾਂ ਨੇ ਕਲੀਅਰ ਤੌਰ ਤੇ ਕਿਹਾ ਵੀ ਇਹ ਤਾਨਾਸ਼ਾਹ ਹਿਟਲਰ ਹੈ ਜੋ ਸੁਣ ਹੀ ਨਹੀਂ ਰਿਹਾ ਕਿਸੇ ਦੀ ਗੱਲਬਾਤ। ਨਹੀਂ ਤਾਂ ਲੋਕਤੰਤਰ ਦੇ ਵਿੱਚ ਸੰਵਿਧਾਨ ਨੇ ਜੋ ਸਾਨੂੰ, ਕਾਨੂੰਨ ਨੇ ਜੋ ਸਾਨੂੰ ਹੱਕ ਦਿੱਤੇ ਨੇ, ਉਹਦੇ ਅਧੀਨ ਹੀ ਸਾਡੇ ਨਾਲ ਬਹਿ ਕੇ ਗੱਲਬਾਤ ਕੀਤੀ ਜਾਵੇ। ਇੱਥੇ ਗੱਲਬਾਤ ਵੀ ਅੱਖਾਂ ਕੱਢ ਕੇ ਦਿਖਾਈ ਜਾ ਰਹੀ ਹੈ, ਕਿਸਾਨਾਂ ਨੂੰ ਅੱਖਾਂ ਕੱਢੀਆਂ ਜਾ ਰਹੀਆਂ ਨੇ ਇਸ ਗੱਲ ਦੀਆਂ। ਜੀ ਜੀ। ਇਹਨਾਂ ਦੇ ਵਿੱਚ ਆਪਸ ਦੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਆਰਐਸਐਸ ਦਾ ਸ਼ੁਰੂ ਤੋਂ ਇਹ ਕੰਮ ਚੱਲਦਾ ਆ ਰਿਹਾ ਹੈ। ਅੱਛਾ, ਇੱਕ ਚੀਜ਼ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ, ਤੁਸੀਂ ਜਿਵੇਂ ਗੱਲ ਆਰਐਸਐਸ ਦੀ ਕੀਤੀ ਹੈ, ਜਾਟ ਅੰਦੋਲਨ ਜਿਨ੍ਹਾਂ ਨੇ ਕੀਤਾ ਸੀਗਾ, ਜਾਟ ਅੰਦੋਲਨ ਹੋਇਆ ਸੀ, ਉਹ ਤਾਂ ਸਮਝ ਚੁੱਕਿਆ ਵੀ ਸਾਡਾ ਅੰਦੋਲਨ ਕਿਹਨੇ ਫੇਲ ਕਰਾਇਆ ਸੀ, ਕਿਉਂਕਿ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਆਰਐਸਐਸ ਦੀ ਗੱਲ ਕਹਿ ਰਹੇ ਨੇ ਉੱਥੇ ਕਿਸਾਨ। ਪਰ ਆਮ ਲੋਕੀ ਸਮਝ ਰਹੇ ਨੇ ਇਸ ਚੀਜ਼ ਨੂੰ ਕਿ ਇਹ ਜਿਹੜਾ ਹੋ ਰਿਹਾ ਇਹ ਸਹੀ ਹੋ ਰਿਹਾ ਭਾਰਤ ਦੇ ਵਿੱਚ। ਇਸ ਤੋਂ ਇਲਾਵਾ ਵੀ ਮੈਂ ਇੱਕ ਗੱਲ ਹੋਰ ਤੁਹਾਨੂੰ ਕਹਿਣੀ ਚਾਹਾਂਗਾ ਕਿ ਵਿਦੇਸ਼ਾਂ ਤੋਂ ਇੰਨੀਆਂ ਕਾਲ ਆਉਣ ਦੇ ਬਾਵਜੂਦ ਵਿਦੇਸ਼ ਦੇ ਪ੍ਰਤੀਨਿਧੀਆਂ ਨੇ ਇੰਟਰਫੇਰੈਂਸ ਕੀਤੀ, ਉਸ ਗੱਲ ਦਾ ਵੀ ਸਰਕਾਰ ਨੂੰ ਕੋਈ ਅਸਰ ਨਹੀਂ ਹੋਇਆ। ਬਲਕਿ ਸਰਕਾਰੀ ਲੋਕ ਇਸ ਗੱਲ ਦੀਆਂ ਤੁਹਮਤਾਂ ਲਾ ਰਹੇ ਨੇ ਕਿ ਕਿਸਾਨ ਅੰਦੋਲਨ ਨੂੰ ਫਾਈਨੈਂਸ ਕੋਡ ਕਰ ਰਿਹਾ ਹੈ, ਇਹਨਾਂ ਨੂੰ ਇੰਨਾ ਪੈਸਾ ਕਿੱਥੋਂ ਆ ਰਿਹਾ ਹੈ। ਅਰੇ ਭਾਈ, ਲੋਕ ਆਪਣੇ ਆਪਣੇ ਲੈਵਲ ਤੇ ਲੰਗਰ ਚਲਾ ਰਹੇ ਨੇ, ਕੰਬਲ ਭੇਜ ਰਹੇ ਨੇ, ਦਵਾਈਆਂ ਭੇਜ ਰਹੇ ਨੇ, ਪਤਾ ਨਹੀਂ ਕੀ ਭੇਜ ਰਹੇ ਨੇ।
ਉਹ ਨਹੀਂ ਦਿਖ ਰਿਹਾ, ਉਹ ਬਲਕਿ ਇਹ ਪੁੱਛਿਆ ਜਾ ਰਿਹਾ ਵੀ ਕਿਸਾਨ ਅੰਦੋਲਨ ਨੂੰ ਫਾਈਨੈਂਸ ਕੌਣ ਕਰ ਰਿਹਾ ਹੈ। ਯਾਨੀ ਕਿ ਕਹਿਣ ਦਾ ਮਤਲਬ ਹੈ ਕਿ ਉਹ ਕਹਿਣਾ ਇਹ ਚਾਹੁੰਦੇ ਨੇ ਕਿ ਕਿਸਾਨ ਅੰਦੋਲਨ ਨਹੀਂ, ਇਹਨਾਂ ਦੇ ਪਿੱਛੇ ਕੋਈ ਹੋਰ ਹੈ। ਕਦੀ ਉਹਨਾਂ ਨੂੰ ਖਾਲਿਸਤਾਨੀ ਕਰਾਰ ਦਿੱਤਾ ਜਾਂਦਾ ਹੈ, ਕਦੀ ਕੁਛ ਕਰਾਰ ਦਿੱਤਾ ਜਾਂਦਾ ਹੈ, ਕਦੀ ਕਾਂਗਰਸੀ ਕਹਿ ਦਿੱਤਾ ਜਾਂਦਾ ਹੈ। ਜੀ ਮਿਹਰਬਾਨੀ ਜੀ, ਮਿਹਰਬਾਨੀ, ਸ਼ੁਕਰੀਆ ਤੁਹਾਡਾ। ਤੇ ਮੇਰੇ ਨਾਲ ਹੁਣ ਅਮਨਦੀਪ ਲੱਕੀ ਆ ਗਏ ਨੇ। ਅਮਨਦੀਪ ਜੀ ਅਮਨਦੀਪ ਗੋਸਲ ਜੀ ਆ ਗਏ ਨੇ ਬਠਿੰਡੇ ਤੋਂ। ਸਤਿ ਸ਼੍ਰੀ ਅਕਾਲ ਜੀ ਅਮਨਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਅਮਨਦੀਪ ਜੀ, ਇੱਕ ਪੰਜਾਬ ਪੁਲਿਸ ਦੇ ਸਾਬਕਾ ਵੱਡੇ ਥਾਣੇਦਾਰ ਨੇ ਖੁਦਕੁਸ਼ੀ ਕਰ ਲਈ ਹੈ ਜੀ, ਜਿਹਨੂੰ ਇੰਸਪੈਕਟਰ ਕਹਿੰਦੇ ਨੇ ਅੰਗਰੇਜ਼ੀ 'ਚ। ਕੀ ਹੈ ਜੀ ਮਾਮਲਾ? ਦਾਨਿਆਲ ਸਾਹਿਬ, ਇਹ ਬੜੀ ਤਰਾਸਦੀ ਹੈ ਵੀ ਜਦੋਂ ਬੱਚੇ ਬਜ਼ੁਰਗਾਂ ਨੂੰ ਟਾਈਮ ਨਹੀਂ ਦੇ ਸਕਦੇ, ਉਹਨਾਂ ਦਾ ਇਕੱਲਾਪਣ ਜਿਹੜਾ ਹੈਗਾ, ਇਹ ਅਜਿਹੇ ਜਿਹੜੇ ਹੈਗੇ ਆ ਫਿਰ ਜਿਹੜੇ ਮਾਮਲੇ ਸਾਹਮਣੇ ਆਉਂਦੇ ਨੇ ਇਕੱਲਾਪਣ ਤੋਂ ਬਾਅਦ। ਇਹ ਰਿਟਾਇਰਡ CID ਦੇ ਵਿੱਚੋਂ ਪੰਜਾਬ ਪੁਲਿਸ ਦੇ ਇੰਸਪੈਕਟਰ ਜਿਹੜੇ ਰਿਟਾਇਰਡ ਸੀਗੇ ਜੀ, ਇਹ ਅੱਜ ਇਹ ਦੇਰ ਰਾਤ ਦੀ ਘਟਨਾ ਹੈ। ਇਹਨਾਂ ਦੀ ਪਤਨੀ ਦੀ ਕੁਝ ਸਮਾਂ ਪਹਿਲਾਂ ਜਿਹੜੀ ਮੌਤ ਹੋ ਗਈ ਸੀਗੀ। ਉਸ ਤੋਂ ਬਾਅਦ ਇਹ ਘਰ 'ਚ ਇਕੱਲੇ ਹੀ ਰਹਿ ਰਹੇ ਸੀਗੇ, ਜਿੱਥੇ ਅੱਜ ਇਹਨਾਂ ਦੇਰ ਰਾਤ ਜਿਹੜਾ ਹੈਗਾ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਤੇ ਜਿਹੜਾ ਇਹਨਾਂ ਆਪਾਂ ਪੁਲਿਸ ਅਧਿਕਾਰੀਆਂ ਦੀ ਗੱਲ ਕਰੀਏ, ਜੋ ਉਹਨਾਂ ਦਾ ਕਹਿਣਾ ਵੀ ਇਹ ਇਕੱਲੇਪਣ ਦਾ ਸ਼ਿਕਾਰ ਸੀ, ਜਿਸ ਕਾਰਨ ਇਹ ਮਾਨਸਿਕ ਤੌਰ ਤੇ ਜਿਹੜਾ ਹੈਗਾ ਇਹ ਜਿਹੜਾ ਹੈਗਾ ਕਾਫੀ ਪਰੇਸ਼ਾਨ ਰਹਿੰਦੇ ਸੀ। ਅਤੇ ਬੀਤੀ ਰਾਤ ਇਹਨਾਂ ਨੇ ਜਿਹੜਾ ਹੈਗਾ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਜੀ। ਇਹ ਕਿਹੜੇ ਇਲਾਕੇ 'ਚ ਰਹਿੰਦੇ ਸੀਗੇ ਜੀ, ਤੇ ਬੱਚੇ ਕੀ ਕਰਦੇ ਸੀ? ਬਠਿੰਡੇ ਦਾ ਪੌਸ਼ ਇਲਾਕਾ ਜੀ, ਬਸੰਤ ਵਿਹਾਰ ਕਲੋਨੀ ਦੇ ਵਿੱਚ ਜਿਹੜਾ ਹੈਗਾ ਗਲੀ ਨੰਬਰ 5 ਦੇ ਵਿੱਚ ਰਹਿ ਰਹੇ ਸੀਗੇ ਜੀ। ਤੇ ਜਿੱਥੇ ਹੈਗਾ ਦੇਰ ਰਾਤ ਦੀ ਇਹ ਘਟਨਾ ਹੈਗੀ। ਉਦੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਿਹੜੇ ਉਹਨਾਂ ਦੀ ਜਿਹੜੀ ਲਾਸ਼ ਆ ਕਬਜ਼ੇ 'ਚ ਲੈ ਕੇ ਉਹਨਾਂ ਦਾ ਪੋਸਟਮਾਰਟਮ ਲਈ ਜਿਹੜਾ ਹਸਪਤਾਲ ਜਿਹੜੇ ਭੇਜ ਦਿੱਤੀ ਹੈ ਜੀ। ਬੱਚੇ ਕਿੱਥੇ ਰਹਿੰਦੇ ਸੀਗੇ ਜੀ ਇਕੱਲੇਪਨ ਦਾ? ਕੀ ਬੱਚੇ ਇਹਨਾਂ ਦੀਆਂ ਬੇਟੀਆਂ ਜਿਹੜੀਆਂ ਹੈਗੀਆਂ ਜੀ ਉਹ ਮੈਰਿਡ ਨੇ, ਤੇ ਇੱਕ ਬੇਟਾ ਉਹ ਬਾਹਰ ਰਹਿੰਦਾ ਹੈਗਾ ਜਿਹੜਾ ਹੈਗਾ, ਜਿਸ ਕਾਰਨ ਘਰ 'ਚ ਇਕੱਲੇ ਸੀਗੇ। ਪਤਨੀ ਦੀ ਮੌਤ ਤੋਂ ਬਾਅਦ ਕਾਫੀ ਇਕੱਲੇਪਨ ਦੇ ਸਤਾਏ ਹੋਏ ਸੀ, ਆਪਾਂ ਕਹਿ ਦਈਏ। ਕਿੰਨੀ ਉਮਰ ਸੀਗੀ ਜੀ ਇਹਨਾਂ ਦੀ? ਇਹ ਰਿਟਾਇਰਡ ਸੀਗੇ ਜੀ, ਇਹ ਹੋਣਗੇ 65 ਤੋਂ 70 ਸਾਲ ਦੇ ਵਿਚਕਾਰ ਉਮਰ। ਇਹਦਾ ਮਤਲਬ ਕਹਿ ਸਕਦੇ ਕੋਈ ਜ਼ਿਆਦਾ ਉਮਰ ਵੀ ਨਹੀਂ ਸੀ ਕਿ ਨਹੀਂ, ਜ਼ਿਆਦਾ ਉਮਰ ਤਾਂ ਨਹੀਂ ਹੈ ਸੀਗੀ। ਦੇਖੋ ਬਸ ਉਹੀ ਜਿਹੜਾ ਹੈਗਾ ਆਪਾਂ ਕਹਿ ਦਈਏ ਵੀ ਜਿਹੜੇ ਆਪਾਂ ਬੱਚਿਆਂ ਨੂੰ ਬਾਹਰ ਭੇਜਣ ਦੀ ਔੜ ਦੇ ਵਿੱਚ ਜਿਹੜਾ ਹੈਗਾ ਪਿੱਛੋਂ ਜਿਹੜਾ ਮਾਪਿਓ ਤੇ ਅਸਰ ਪੈਂਦਾ, ਉਹਦਾ ਇਹ ਨਤੀਜਾ ਹੈ ਜੀ। ਤੇ ਹੋਰ ਕੋਈ ਖਾਸ ਖਬਰ ਜੀ ਬਠਿੰਡੇ ਤੋਂ? ਤੇ ਦੇਖੋ, ਬਠਿੰਡੇ ਦੀ ਆਪਾਂ ਗੱਲ ਕਰੀਏ ਤੇ ਲਗਾਤਾਰ ਜਿਹੜਾ ਹੈਗਾ ਦਿੱਲੀ ਚੱਲ ਰਹੇ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਹੈਗਾ ਬਠਿੰਡੇ ਜ਼ਿਲ੍ਹੇ ਨਾਲ ਸੰਬੰਧਿਤ ਕਿਸਾਨਾਂ ਵੱਲੋਂ ਜਿਹੜਾ ਹੈਗਾ ਜਾਇਆ ਜਾ ਰਿਹਾ। ਤੇ ਬਠਿੰਡਾ ਤੋਂ ਅੱਜ ਵੀ ਕਈ ਜਿਹੜੀਆਂ ਹੈਗੀਆਂ ਟਰਾਲੀਆਂ ਦਿੱਲੀ ਲਈ ਰਵਾਨਾ ਹੋਈਆਂ। ਤੇ ਹੁਣ ਜਿਹੜਾ ਇੱਕ ਨਵਾਂ ਸਿਸਟਮ ਸਾਹਮਣੇ ਆ ਰਿਹਾ ਵੀ ਕਿਸਾਨਾਂ ਵੱਲੋਂ ਜਿਹੜਾ ਹੈਗਾ ਇੱਕ ਸਿਸਟਮ ਬਣਾ ਲਿਆ ਗਿਆ ਵੀ 5-7 ਦਿਨ ਕੋਈ ਲਾਉਂਦਾ, 5-7 ਪਰਿਵਾਰ ਦੇ ਮੈਂਬਰ ਹੋਰ ਲਾਉਂਦੇ ਆ, 5-7 ਦਿਨ ਕੋਈ ਹੋਰ ਮੈਂਬਰ ਲਾਉਂਦੇ ਆ। ਜੇ ਵੱਡਾ ਮੁੰਡਾ ਆ ਗਿਆ ਤਾਂ ਛੋਟਾ ਮੁੰਡਾ ਜਾ ਰਿਹਾ, ਛੋਟਾ ਮੁੰਡਾ ਆ ਗਿਆ ਤਾਂ ਵੱਡਾ ਮੁੰਡਾ ਜਾ ਰਿਹਾ। ਵੀ ਉਹਨਾਂ ਨੇ ਇੱਕ ਤਰਤੀਬ ਬਣਾ ਲਈ ਹੈ ਤੇ ਤਰਤੀਬ ਬਾਰੇ ਇਸ ਅੰਦੋਲਨ ਦੇ ਵਿੱਚ ਆਪਦਾ ਬਣਦਾ ਯੋਗਦਾਨ ਪਾ ਰਹੇ ਨੇ, ਤਾਂ ਕਿ ਜਿਹੜੇ ਹੈਗਾ ਆਪਦੇ ਬਣਦੇ ਹੱਕ ਲੈਣ ਲਈ ਜਿਹੜਾ ਹੈਗਾ ਸੰਘਰਸ਼ ਜਿਹੜਾ ਵਿੱਢਿਆ ਗਿਆ ਇਹਨੂੰ ਸਫਲ ਕੀਤਾ ਜਾ ਸਕੇ ਜੀ। ਤੇ ਮੌਸਮ ਵਗੈਰਾ ਕਿਸ ਤਰ੍ਹਾਂ ਜੀ? ਮੌਸਮ ਦੇਖੋ, ਜਿਹੜੇ ਹੈਗਾ ਮੌਸਮ ਦੇ ਵਿੱਚ ਜਿਹੜਾ ਹੈਗਾ ਪਹਾੜੀ ਇਲਾਕਿਆਂ 'ਚ ਬਰਫ਼ ਪੈਣ ਕਾਰਨ ਪੰਜਾਬ 'ਚ ਜਿਹੜਾ ਦਾ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ। ਤੇ ਹੁਣ ਜਿਹੜੀ ਲਗਾਤਾਰ ਹੈਗਾ ਠੰਡ ਵੱਧ ਰਹੀ ਹੈ ਤੇ ਥੋੜੀ ਸੀਤ ਲਹਿਰ ਵੀ ਦੇਖਣ ਨੂੰ ਜਿਹੜੀ ਮਿਲ ਰਹੀ ਹੈ ਜੀ। ਤੇ ਅੱਛਾ, ਕਿਸਾਨ ਜਥੇਬੰਦੀਆਂ ਕਿੰਨੀਆਂ ਕਿ ਇੱਥੋਂ ਜਾ ਰਹੀਆਂ ਨੇ? ਕਿਉਂਕਿ ਮਗਰ ਵੀ ਜਿਹੜਾ ਜੇਕਰ ਆਪਾਂ ਗੱਲ ਕਰੀਏ ਤਾਂ ਸੰਘਰਸ਼ ਤਾਂ ਲਗਾਤਾਰ ਜਾਰੀ ਹੈ ਬਠਿੰਡੇ ਦੇ ਵਿੱਚ, ਤਾਂ ਖਾਸ ਕਰਕੇ ਇੱਥੋਂ ਦੇ ਮਾਲਸ ਨੇ ਜਿਹੜੇ ਬੈਸਟ ਪ੍ਰਾਈਜ਼ ਆ, ਉਹਦੇ ਅੱਗੇ ਵੀ ਕਿਸਾਨ ਬੈਠੇ ਨੇ, ਹੋਰ ਨੇ ਟੋਲ ਪਲਾਜ਼ਿਆਂ 'ਤੇ ਹੀ ਬੈਠੇ ਆ। ਕੀ ਇੱਥੋਂ ਦਾ ਸੰਘਰਸ਼ ਕੋਈ ਪ੍ਰਭਾਵਿਤ ਤਾਂ ਨਹੀਂ ਹੋਇਆ ਦਿੱਲੀ ਜਾਣ ਵਾਲਿਆਂ ਨਾਲ, ਕਿ ਇੱਥੇ ਵੀ ਪੂਰੀ ਜਿਹੜੀ ਹੈ ਚੜ੍ਹਦੀ ਕਲਾ ਹੈ ਜੀ? ਦਾਨਿਆਲ ਸਾਹਿਬ, ਇੱਥੇ ਇੱਕ ਤੁਹਾਨੂੰ ਮੈਂ ਖਾਸ ਗੱਲ ਜਿਹੜੀ ਦੱਸਣੀ ਚਾਹਾਂਗਾ ਇਸ ਸੰਘਰਸ਼ ਨੂੰ ਲੈ ਕੇ। ਬੜਾ ਆਪਾਂ ਉਹਨੂੰ ਕਹਿ ਸਕਦੇ ਹਾਂਗੇ ਵੀ ਬਠਿੰਡਾ ਦੇ ਵਿੱਚ ਜਿਹੜਾ ਹੈਗਾ ਇਸ ਸੰਘਰਸ਼ ਤੋਂ ਪਹਿਲਾਂ ਇੱਕ ਸੰਘਰਸ਼ ਹੋਰ ਸ਼ੁਰੂ ਹੋਇਆ ਸੀ। ਜੈਤੋਂ ਦੇ ਰਹਿਣ ਵਾਲੇ ਕਿਸਾਨ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਮਿਨੀ ਸੈਕਟਰੀਏਟ ਜਿਹੜਾ ਸਾਹਮਣੇ ਟੈਂਟ ਲਾ ਕੇ ਜਿਹੜਾ ਹੈਗਾ ਲਗਾਤਾਰ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਪਰ ਉਸ ਤੋਂ ਬਾਅਦ ਜਿਹੜੇ ਇਹਨਾਂ ਬਿੱਲਾਂ ਦੇ ਜਿਹੜਾ ਹੈਗਾ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਸਿੱਧੂਪੁਰ ਜਦੋਂ ਇਹ ਸੰਘਰਸ਼ ਚ ਕੁੱਦੀ ਤਾਂ ਉਹ ਜਿਹੜਾ ਟੈਂਟ ਲੱਗਿਆ ਹੈ ਅੱਜ ਵੀ ਉੱਥੇ ਜਿਹੜਾ ਹੈਗਾ 2 ਕਿਸਾਨ 3 ਕਿਸਾਨ ਡੇਲੀ ਉੱਥੇ ਆਪਦੀ ਹਾਜ਼ਰੀ ਭਰ ਰਹੇ ਨੇ ਤੇ ਰਾਤ ਨੂੰ ਵੀ ਉੱਥੇ ਰਹਿ ਰਹੇ ਨੇ। ਤੇ 2 ਟਰਾਲੀਆਂ ਤੇ 3 ਟੈਂਟ ਹਲੇ ਵੀ ਲੱਗੇ ਹੋਏ ਨੇ ਤੇ ਸਰਕਾਰ ਦੇ ਜੜ੍ਹਾਂ 'ਚ ਆਪਾਂ ਕਹਿੰਦੇ ਹਾਂ ਬਹਿ ਕੇ ਉਹ ਜਿਹੜਾ ਹੈਗਾ ਪ੍ਰਦਰਸ਼ਨ ਕਰ ਰਹੇ ਨੇ ਜੀ। ਤੇ ਇਸੇ ਤਰ੍ਹਾਂ ਜਿਹੜਾ ਹੈਗਾ ਆਪਾਂ ਗੱਲ ਕਰੀਏ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਕਾਰੋਬਾਰ ਨੇ, ਉੱਥੇ ਪ੍ਰਦਰਸ਼ਨ ਉਸੇ ਤਰ੍ਹਾਂ ਹੀ ਦਸਤੂਰ ਜਾਰੀ ਹੈ। ਭਾਵੇਂ ਗਿਣਤੀ ਕਿਸਾਨਾਂ ਦੀ ਘਟ ਗਈ ਹੈ ਕਿਉਂਕਿ ਦਿੱਲੀ ਜਾਣ ਕਰਕੇ ਜਿਹੜਾ ਹੈਗਾ ਉਧਰ ਗਿਣਤੀ ਵੱਧ ਗਈ ਹੈ, ਠੀਕ ਹੈ ਜੀ। ਉਦੋਂ ਬਾਅਦ ਪਰ ਇਹ ਸੰਘਰਸ਼ ਲਗਾਤਾਰ ਜਿਹੜਾ ਚੱਲ ਰਿਹਾ ਹੈਗਾ ਤੇ ਜਿਹੜਾ ਹੈਗਾ ਇੱਕ ਤਰ੍ਹਾਂ ਆਪਾਂ ਕਹਿ ਦਈਏ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਕੰਮਕਾਜ ਬਿਲਕੁਲ ਠੱਪ ਕੀਤੇ ਗਏ ਨੇ ਕਿਸਾਨਾਂ ਵੱਲੋਂ ਜੀ। ਬਹੁਤ ਮਿਹਰਬਾਨੀ ਤੁਹਾਡੀ, ਸ਼ੁਕਰੀਆ ਜੀ, ਧੰਨਵਾਦ ਅਮਨ ਜੀ ਤੁਹਾਡਾ। ਮੇਰਾ ਤੇ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਲੈ ਰਹੇ ਜੀ। ਤੇ ਨਾਲ ਦੀ ਨਾਲ ਤੁਹਾਨੂੰ ਗੁਜ਼ਾਰਿਸ਼ ਕਰ ਰਹੇ ਜੀ, ਇੱਕ ਜੇ ਕੋਈ ਵੀ ਵੀਰ ਸੁਣ ਰਿਹਾ ਤਾਂ ਮੈਨੂੰ ਅਸੀਂ ਜਿਹੜੇ ਕਾਰ ਫਲੈਗਸ ਬਣਾਉਣ ਦੀ ਮੇਰੀ ਇੱਛਾ ਹੈ ਜੀ। ਕਾਰ ਫਲੈਗਸ ਤੇ ਇੱਕ ਉਹਦਾ ਕੋਈ ਤੁਸੀਂ ਡਿਜ਼ਾਈਨ
ਜੇਕਰ ਕੋਈ ਮੈਨੂੰ ਦੇ ਸਕਦੇ ਹੋ ਅੱਛਾ ਵਧੀਆ, ਤਾਂ ਕਾਰ ਫਲੈਗ ਜਿਹੜੇ ਜਿਵੇਂ ਅਮਰੀਕਾ ਕੈਨੇਡਾ ਦੇ ਵਿੱਚ ਤੁਸੀਂ ਕੈਨੇਡਾ ਡੇ ਤੇ ਵਗੈਰਾ ਲਾਉਣੇ ਹੋ, ਇੰਡੀਆ 'ਚ ਤਾਂ ਇਹਦਾ ਰਿਵਾਜ ਨਹੀਂ ਹੈ, ਪਰ ਇੰਡੀਆ ਦੇ ਵਿੱਚ ਅਸੀਂ ਕਿਸਾਨ ਸੰਘਰਸ਼ ਨੂੰ ਲੈ ਕੇ ਉਹ ਬਣਾਉਣਾ ਚਾਹੁੰਦੇ ਹਾਂ। ਪਲੀਜ਼ ਕੋਈ ਨਾ ਕੋਈ ਵੀਰ ਡਿਜ਼ਾਈਨ ਭੇਜ ਦਿਓ ਅਤੇ ਆਪਾਂ ਇੱਥੇ ਬਣਵਾ ਲਈਏ। ਬਹੁਤ ਬਹੁਤ ਧੰਨਵਾਦ ਤੁਹਾਡਾ, ਮਿਹਰਬਾਨੀ, ਸ਼ੁਕਰੀਆ। ਸੋ ਪ੍ਰੋਗਰਾਮ ਜਿਹੜੇ ਨੇ ਚੱਲਦੇ ਰਹਿਣਗੇ, ਤੁਸੀਂ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ। ਅਤੇ ਹੁਣ ਮੈਨੂੰ ਸਵਰਨ ਸਿੰਘ ਦਾਨੇ ਵਾਲੀਆਂ ਨੂੰ ਦਿਓ ਜੀ ਇਜਾਜ਼ਤ। ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਧੰਨਵਾਦ।